हाँ जी, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਸੁਰਜੀਤ ਸਿੰਘ ਹੈ ਔਰ ਤੁਸੀਂ ਦੇਖ ਰਹੇ ਹੋ ਟਾਰਗੇਟ ਆਫ ਪੰਜਾਬ ਐਗਜ਼ਾਮ ਚੈਨਲ। ਇਸ ਚੈਨਲ ਦਾ ਇੱਕੋ ਇੱਕ ਮਕਸਦ ਹੈ ਕਿ ਤੁਹਾਨੂੰ ਅਸੀਂ ਵਧੀਆ ਔਰ ਕੁਆਲਿਟੀ ਦੇ ਵਿੱਚ ਪੰਜਾਬ ਦੇ ਰਿਲੇਟਡ ਜਿੰਨੇ ਵੀ ਹੁਣ ਐਗਜ਼ਾਮ ਆ ਰਹੇ ਨੇ ਉਹਨਾਂ ਦੀ ਰਿਗਾਰਡਿੰਗ ਤੁਹਾਨੂੰ ਅਸੀਂ ਸਟੱਡੀ ਮਟੀਰੀਅਲ ਔਰ ਤੁਹਾਨੂੰ ਉਹਨਾਂ ਦੇ ਕਨਸੈਪਟ ਬਹੁਤ ਵਧੀਆ ਤਰੀਕੇ ਨਾਲ ਸਮਝਾਈਏ। ਔਰ ਇਸ ਐਫਰਟ ਦੇ ਵਿੱਚ ਮੇਰੀ ਅੱਜ ਇਹ ਚੌਥੀ ਵੀਡੀਓ ਹੈ। ਇਸ ਤੋਂ ਪਹਿਲਾਂ ਮੈਂ ਆਲਰੇਡੀ ਰੀਜ਼ਨਿੰਗ ਨੂੰ ਲੈ ਕੇ 3 ਵੀਡੀਓ ਬਣਾ ਚੁੱਕਿਆ ਹਾਂ। ਸਿਟਿੰਗ ਅਰੇਂਜਮੈਂਟ ਟਾਈਪ 1, ਸਿਟਿੰਗ ਅਰੇਂਜਮੈਂਟ ਟਾਈਪ 2 ਔਰ ਥਰਡ ਵੀਡੀਓ ਜੋ ਹੈ ਉਹ ਰੈਂਕਿੰਗ ਔਰ ਆਰਡਰ ਨੂੰ ਲੈ ਕੇ ਮੈਂ ਆਲਰੇਡੀ ਅਪਲੋਡ ਕਰ ਚੁੱਕਿਆ ਹਾਂ ਇਸ YouTube ਚੈਨਲ ਤੇ। ਔਰ ਉਹਨਾਂ ਦੀ ਰਿਗਾਰਡਿੰਗ ਜਿੰਨਾ ਵੀ ਤੁਹਾਨੂੰ ਸਟੱਡੀ ਮਟੀਰੀਅਲ ਹੈ ਉਹ ਅਸੀਂ ਸਾਡੀ ਗ੍ਰੇਸ ਅਕੈਡਮੀ ਦੀ ਐਪ ਤੇ ਆਲਰੇਡੀ ਅਪਲੋਡ ਕਰ ਚੁੱਕੇ ਹਾਂ। ਤਾਂ ਜੋ ਬੱਚੇ ਜਾਂ ਜੋ ਸਟੂਡੈਂਟਸ ਨਵੇਂ ਇਸ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਜਾਂ ਇਸ ਚੈਪਟਰ ਨੂੰ ਪਹਿਲੀ ਵਾਰ ਦੇਖ ਰਹੇ ਨੇ, ਮੇਰੀ ਉਹਨਾਂ ਨੂੰ ਇੱਕ ਰਿਕੁਐਸਟ ਰਹੇਗੀ, ਤੁਸੀਂ ਪਲੀਜ਼ ਉਹ ਵੀਡੀਓ ਵੀ ਦੇਖੋ ਔਰ ਤੁਸੀਂ ਜੋ ਤੁਹਾਡਾ ਡ੍ਰੀਮ ਹੈ, ਜੋ ਤੁਹਾਡਾ ਏਮ ਹੈ, ਉਸ ਨੂੰ ਅਚੀਵ ਕਰਨ ਦੇ ਲਈ ਡੈਫੀਨੇਟਲੀ ਉਹ ਵੀਡੀਓਜ਼ ਜੋ ਤੁਹਾਨੂੰ ਬਹੁਤ ਹੈਲਪਫੁਲ ਹੋਣਗੀਆਂ। ਚਲੋ ਜੀ, ਮੈਂ ਜ਼ਿਆਦਾ ਸਮਾਂ ਨਾ ਵੇਸਟ ਕਰਦੇ ਹੋਏ ਅੱਜ ਦਾ ਟੌਪਿਕ ਸਟਾਰਟ ਕਰਦਾ ਹਾਂ। ਅੱਜ ਦਾ ਜੋ ਸਾਡਾ ਰੀਜ਼ਨਿੰਗ ਦਾ ਟੌਪਿਕ ਹੈ ਉਹ ਹੈ ਜੀ ਲੈਟਰ ਸੀਰੀਜ਼। ਸੀਰੀਜ਼ ਦੋ ਪ੍ਰਕਾਰ ਦੀ ਪੰਜਾਬ ਕਾਂਸਟੇਬਲ ਔਰ ਜੋ ਜੇਲ ਵਾਰਡਨ ਹੈ ਉਹਦੇ ਸਿਲੇਬਸ ਦੇ ਵਿੱਚ ਪਾਈ ਗਈ ਹੈ ਜੋ ਸੀਰੀਜ਼ ਹੈ ਜੀ। ਔਰ ਇੱਕ ਸੀਰੀਜ਼ ਨੰਬਰ ਸੀਰੀਜ਼ ਹੈ ਔਰ ਜੋ ਦੂਸਰੀ ਸੀਰੀਜ਼ ਹੈ ਜੀ ਉਹ ਹੈ ਲੈਟਰ ਸੀਰੀਜ਼। ਤਾਂ ਅੱਜ ਅਸੀਂ ਜਿਸ ਟੌਪਿਕ ਤੇ ਗੱਲ ਕਰ ਰਹੇ ਹਾਂ ਉਹ ਹੈ ਜੀ ਲੈਟਰ ਸੀਰੀਜ਼। ਲੈਟਰ ਸੀਰੀਜ਼ ਨੂੰ ਅਸੀਂ ਅਲਫਾਬੈਟ ਸੀਰੀਜ਼ ਵੀ ਕਹਿੰਦੇ ਹਾਂ ਜੀ। ਔਰ ਲੈਟਰ ਸੀਰੀਜ਼ ਤੁਸੀਂ ਇਸ ਕਨਸੈਪਟ ਨੂੰ ਅੱਜ ਆਪਾਂ ਸਮਝਾਂਗੇ ਆਉਣ ਵਾਲੇ 25 ਤੋਂ 30 ਮਿੰਟਾਂ ਦੇ ਵਿੱਚ। ਇਹ ਚੀਜ਼ ਵੀ ਤੁਹਾਨੂੰ ਬੜੀ ਆਸਾਨੀ ਨਾਲ ਆ ਜਾਏਗੀ। ਔਰ ਪਿਆਰੇ ਬੱਚੋ, ਮੈਂ ਉਮੀਦ ਕਰਾਂਗਾ ਤੁਹਾਨੂੰ ਇਹ ਚੀਜ਼ਾਂ ਬਹੁਤ ਆਸਾਨੀ ਨਾਲ ਸਮਝਣ ਆਉਣਗੀਆਂ। ਔਰ ਸੈਕਿੰਡ ਜੋ ਗੱਲ ਹੈ ਉਹ ਇਹ ਹੈ ਕਿ ਜੋ ਇਹ ਚੈਪਟਰ ਹੈ ਤੁਹਾਡਾ ਜਾਂ ਇਹ ਲੈਟਰ ਸੀਰੀਜ਼ ਹੈ ਤੁਹਾਡਾ 1 ਤੋਂ 2 ਨੰਬਰ ਜੋ ਹੈ ਪੰਜਾਬ ਦੇ ਐਗਜ਼ਾਮ ਵਿੱਚ ਕਵਰ ਕਰੇਗੀ। ਆਈ ਹੋਪ ਆਪਾਂ ਨੇ ਸਭ ਤੋਂ ਪਹਿਲਾਂ ਇਸ ਦੀ ਵੇਟੇਜ ਸਮਝ ਲਈ ਕਿ ਕਿੰਨੀ ਇੰਪੋਰਟੈਂਸ ਹੈ ਇਸ ਚੈਪਟਰ ਦੀ। ਫਿਰ ਹੁਣ ਇਸ ਦੇ ਕੁਝ ਬੇਸਿਕ ਕਨਸੈਪਟ ਸਮਝਦੇ ਹਾਂ। ਲੈਟਰ ਸੀਰੀਜ਼ ਨੂੰ ਕਰਨ ਦੇ ਲਈ ਮੈਂ ਤੁਹਾਨੂੰ ਬੈਕ ਟੂ ਦਾ ਬੇਸਿਕ ਲੈ ਜਾਣਾ ਚਾਹਾਂਗਾ। ਮੈਂ ਸਲਾਈਡ ਚੇਂਜ ਕਰਦਾ ਹਾਂ, ਤੁਸੀਂ ਪਲੀਜ਼ ਬੈਕ ਟੂ ਦਾ ਬੇਸਿਕ ਸਲਾਈਡ ਵਿੱਚ ਆ ਚੁੱਕੇ ਹੋ। ਬੈਕ ਟੂ ਦਾ ਬੇਸਿਕ ਸਲਾਈਡ ਦੇ ਲਈ ਮੈਂ ਇਸ ਲਈ ਇਹ ਕਹਿ ਰਿਹਾ ਹਾਂ ਕਿਉਂਕਿ ਅਸੀਂ ਇਹ ABCD ਜੋ ਹੈ ਅਲਫਾਬੈਟ ਸੀਰੀਜ਼ ਜੋ ਹੈ ਇਹ ਬਚਪਨ ਦੇ ਵਿੱਚ ਸਿੱਖੀ ਹੋਈ ਹੈ। ਪਰ ਮੈਂ ਕਹਿਣਾ ਚਾਹਾਂਗਾ ਰੀਜ਼ਨਿੰਗ ਦੇ ਵਿੱਚ ਇਸ ਨੂੰ ਰਾਮਬਾਣ ਕਿਹਾ ਜਾਂਦਾ ਹੈ। ਜਿਵੇਂ ਸੰਜੀਵਨੀ ਬੂਟੀ ਹੁੰਦੀ ਹੈ ਨਾ ਬੱਚੋ, ਉਸੇ ਤਰ੍ਹਾਂ ਇਹ ਅਲਫਾਬੈਟ ਸੀਰੀਜ਼ ਰੀਜ਼ਨਿੰਗ ਦੀ ਸੰਜੀਵਨੀ ਬੂਟੀ ਹੈ। ਚਲੋ ਬੱਚੋ, ਆਖਿਰ ਇਹ ਕਿਉਂ ਇੰਪੋਰਟੈਂਟ ਹੈ ਔਰ ਇਸ ਦੇ ਹੀ ਕਿਉਂ ਕੁਐਸਚਨ ਬਣਦੇ ਨੇ, ਆਓ ਆਪਾਂ ਮਿਲ ਕੇ ਕਰਦੇ ਹਾਂ। ਪਿਆਰੇ ਬੱਚੋ, ਜੋ ABCDE ਹੈ ਜਾਂ ਅਲਫਾਬੈਟ ਪੂਰੀ ਸੀਰੀਜ਼ ਹੈ, ਤੁਹਾਨੂੰ ਇਸ ਕਨਸੈਪਟ ਤੇ ਲਗਭਗ 3 ਤੋਂ 4 ਕੁਐਸਚਨ ਪੂਰੀ ਰੀਜ਼ਨਿੰਗ ਦੇ ਵਿੱਚ ਆ ਜਾਂਦੇ ਨੇ। ਕਿਤੇ ਸਿਟਿੰਗ ਅਰੇਂਜਮੈਂਟ, ਕਿਤੇ ਰੈਂਕਿੰਗ, ਅਲੱਗ-ਅਲੱਗ ਪੈਟਰਨ ਦੇ ਵਿੱਚ ਆ ਜਾਂਦੇ ਨੇ ਬੱਚੋ। ਈਵਨ ਕਿ ਲੈਟਰ ਸੀਰੀਜ਼ ਤਾਂ ਆਣੀ ਹੀ ਆਣੀ ਹੈ ਬੱਚੋ। ਤਾਂ ਤੁਹਾਡਾ ਪਹਿਲਾ ਕੰਮ ਕੀ ਹੈ? ਤੁਹਾਨੂੰ ABCD ਤਾਂ ਸਭ ਨੂੰ ਯਾਦ ਹੈ, A to Z। ਮੈਨੂੰ ਨਹੀਂ ਲੱਗਦਾ ਕਿਸੇ ਬੱਚੇ ਨੂੰ ਇਹ ਚੀਜ਼ ਭੁੱਲੇਗੀ ਕਿਉਂਕਿ ਸਾਨੂੰ ਬਚਪਨ 'ਚ ਹੀ ਇਹ ਚੀਜ਼ ਯਾਦ ਕਰਵਾਈ ਹੈ। A for apple, B for boy, ਹੈ ਨਾ। ਅੱਜ ਕੱਲ੍ਹ ਥੋੜਾ ਮੋਡਰੇਟ ਹੋ ਗਿਆ, A for ਐਸ਼ਵਰੀਆ ਰਾਏ ਕਹਿ ਦਿੱਤਾ ਜਾਂਦਾ ਹੈ ਨਾ। ਤਾਂ ਚਲੋ ਜਸਟ ਅ ਜੋਕਿੰਗ ਬੱਚੋ, ਲੈਟਸ ਹੀ ਸਟਾਰਟ ਕਰਦੇ ਹਾਂ। ਆਪਣੇ ਲਈ ਜੋ ਅੱਜ ਦਾ ਟੌਪਿਕ ਹੋਏਗਾ ਨਾ ਉਸ ਵਿੱਚ ਖਾਸ ਗੱਲ ਇਹ ਹੈ ਬੱਚੇ ਕਿ ਜੋ ABCDE ਹੈ ਨਾ, ਤੁਸੀਂ ਇਹ ਨਹੀਂ ਯਾਦ ਕਰਨਾ, ਇਸ ਦਾ ਰੈਂਕ ਯਾਦ ਕਰਨਾ ਹੈ। ਪਿਆਰੇ ਬੱਚੋ, ਮੈਂ ਰਿਪੀਟ ਕਰਦਾ, ਤੁਸੀਂ ABCD ਨੂੰ ਯਾਦ ਨਹੀਂ ਕਰਨਾ, ਇਹ ਯਾਦ ਕਰਨਾ ਹੈ ਕਿ ਇਹਦਾ ਨੰਬਰ ਦੇ ਵਿੱਚ ਰੈਂਕ ਕੀ ਆ ਸਕਦਾ ਹੈ। ਤੁਸੀਂ ਕਹੋਗੇ ਸਰ ਨੰਬਰ ਮੀਨਸ ਬੱਚੋ 1 2 3। ਚਲੋ ਆਪਾਂ ਇਸ ਨੂੰ ਮਿਲ ਕੇ ਕਰਦੇ ਹਾਂ, ਸਮਝਦੇ ਹਾਂ ਬੱਚੋ। ਜਿਵੇਂ A ਨੂੰ ਆਪਾਂ ਨੇ 1 ਨੰਬਰ ਦੇਣਾ ਹੈ, B ਨੂੰ 2 ਨੰਬਰ, C ਨੂੰ 3 ਨੰਬਰ, D ਨੂੰ 4 ਨੰਬਰ, E ਨੂੰ 5 ਨੰਬਰ ਬੱਚੋ। F ਨੂੰ ਬੇਟੇ 6 ਨੰਬਰ, G ਨੂੰ ਇਸੇ ਤਰ੍ਹਾਂ 7, ਫਿਰ 8, ਫਿਰ 9 ਬੱਚੋ, ਫਿਰ 10, 15, 14, 13, 12, 11, 16 ਹੋ ਗਿਆ ਆਪਣੇ ਕੋਲ, 17, 18 ਹੋ ਗਿਆ, 19 ਐਂਡ 20 ਬੱਚੋ, 25, 24 ਤੇ 23 ਕਹਿ ਸਕਦੇ ਹਾਂ। ਜਸਟ ਮੇਰਾ ਪੈਨ ਥੋੜਾ ਗੜਬੜ ਕਰ ਰਿਹਾ ਸੀ। 22,
21 और 26 अपना एक पॉइंट रहेगा। ਤਾਂ ਬੱਚੋ ਤੁਹਾਨੂੰ ਇਹ ਯਾਦ ਕਰਨਾ ਹੈ ਕਿ ਜੇਕਰ ਤੁਹਾਨੂੰ ਕੋਈ ਪੁੱਛਦਾ ਹੈ ਤੁਸੀਂ ਇਹ 26 ਲੈਟਰ ਤਾਂ ਘੋਲ ਕੇ ਪੀ ਲਓ ਬੱਚੋ। ਇਹ 26 ਲੈਟਰ ਦੀ ਰੈਂਕਿੰਗ ਤੁਹਾਨੂੰ ਯਾਦ ਹੋਣੀ ਹੀ ਹੋਣੀ ਚਾਹੀਦੀ ਹੈ ਬੱਚੋ। ਇਹਨਾਂ 26 ਲੈਟਰ ਤੋਂ ਬਿਨਾ ਆਪਣਾ ਕੰਮ ਨਹੀਂ ਚੱਲਣ ਵਾਲਾ, ਕੱਲੇ ਇਸ ਚੈਪਟਰ ਵਿੱਚ ਨਹੀਂ, ਪੂਰੇ ਦੇ ਪੂਰੇ ਰੀਜ਼ਨਿੰਗ ਦੇ ਵਿੱਚ ਬੱਚੋ। ਇਸ ਤੋਂ ਬਿਨਾ ਕੰਮ ਨਹੀਂ ਹੋਣ ਵਾਲਾ ਬੱਚੋ। ਤਾਂ ਪਲੀਜ਼ ਤੁਸੀਂ ਇਸ 26 ਲੈਟਰ ਤੇ ਵਰਕ ਕਰੋ। ਮੈਂ ਕੁਝ ਮਦਦ ਕਰਦਾ ਤੁਹਾਨੂੰ, ਤੁਸੀਂ ਇਸ ਨੂੰ ਕਿਵੇਂ ਯਾਦ ਕਰ ਸਕਦੇ ਹੋ। ਮੈਂ ਤੁਹਾਡੀ ਕੁਝ ਤਰ੍ਹਾਂ ਦੀ ਹੈਲਪ ਕਰਦਾ ਇਸ 26 ਲੈਟਰ ਨੂੰ ਲੈ ਕੇ ਕਿ ਆਖਰ ਅਸੀਂ ਇਹ ਜੋ 26 ਲੈਟਰਸ ਨੇ ਇਹਨਾਂ ਨੂੰ ਕਿਵੇਂ ਯਾਦ ਕਰ ਸਕਦੇ ਹਾਂ। ਜਸਟ ਮੈਂ ਥੋੜਾ ਮਾਰਕਰ ਬੱਚੇ ਥੋੜਾ ਲਾਈਟ चेंज करना। लेट्स सी। वेल बेटा देखते हैं बच्चों, देखो A B C D आई थिंक ए सानू याद करन दी लोड़ नहीं है, सानू सब नू पता है A1 ते आंदा है, B2 ते आंदा है, C3 ते आंदा है। जो D है ਅਸੀਂ ਆਮ ਹੀ ਬੋਲ ਦਿੰਦੇ ਆ D ਫॉर ਡੌਗ ਹੈ ਨਾ। D4 4 मतलब D4 ਤੇ ਆਂਦਾ, ਇਸ ਤਰ੍ਹਾਂ ਵੀ ਤੁਸੀਂ ਯਾਦ ਕਰ ਸਕਦੇ ਹੋ। ਪਿਆਰੇ ਬੱਚੋ ਜਿਹੜੇ ਮੈਂ ਇਹ 5 ਲੈਟਰ ਇੱਕ ਅਲੱਗ ਰੱਖ ਰਿਹਾ EJOTY ਇਜ਼ੋਟੀ, ਇਹਦਾ ਕੋਈ ਮੀਨਿੰਗ ਨਹੀਂ ਹੈ ਬਟ ਇਹਦਾ ਮਾਇਨੇ ਬਹੁਤ ਨੇ। E 5 ਤੇ ਆਉਂਦਾ ਹੈ, J 10 ਤੇ, O 15 ਤੇ, T ਜੋ ਹੈ 20 ਤੇ, Y 25 ਤੇ। ਇਹ 5 ਦੇ ਮਲਟੀਪਲ ਨੇ, ਇਸ ਤਰ੍ਹਾਂ ਯਾਦ ਕਰ ਲਓ ਬੱਚੋ ਇਹ ਜੋ ਕੁਝ ਲੈਟਰ ਨੇ। ਇਸ ਤੋਂ ਇਲਾਵਾ ਕਿਸ ਚੀਜ਼ ਦਾ ਸ਼ਾਰਟਕਟ ਆਪਾਂ ਨੇ ਔਰ ਬਣਾਉਣਾ ਹੋਵੇ ਬੱਚੋ ਤਾਂ ਕੀ ਬਣਾ ਸਕਦੇ ਹਾਂ। ਜਿਵੇਂ ਆਪਾਂ ਨੇ ਔਰ ਦੇਖਣਾ ਹੋਵੇ ਤਾਂ G7 ਤੇ ਆਂਦਾ ਹੈ ਨਾ ਬੱਚੋ। ਜੀਕੇ ਦੇ ਵਿੱਚ ਤੁਸੀਂ ਪੜ੍ਹਿਆ ਹੋਏਗਾ G7 ਇੱਕ ਗਰੁੱਪ ਹੈ ਬੇਟੇ, ਕੁਝ ਇੰਪੋਰਟੈਂਟ ਕੰਟਰੀਆਂ ਇਸ ਵਿੱਚ ਸ਼ਾਮਲ ਹੁੰਦੀਆਂ ਨੇ। ਤਾਂ ਇਸੇ ਤਰ੍ਹਾਂ ਆਪਾਂ G ਨੂੰ 7 ਤੇ ਯਾਦ ਕਰ ਸਕਦੇ ਹਾਂ ਬੱਚੋ। H ਨੂੰ ਆਪਾਂ ਇਸ ਤਰ੍ਹਾਂ ਯਾਦ ਕਰ ਸਕਦੇ ਹਾਂ, H ਤੇ ਵਰਡ ਪੈਂਦਾ ਹੇਟ ਹੈ ਨਾ। ਅਗਰ ਉਹਦੇ ਵਿੱਚੋਂ H ਕੱਟ ਦਈਏ ਤਾਂ ਇਹਦਾ ਮੀਨਿੰਗ ਕੀ ਬਣਿਆ 8। ਇਟ ਮੀਨਸ H ਜੋ ਹੈ ਉਹ 8 ਤੇ ਆਂਦਾ ਹੈ ਬੱਚੋ। ਆਪਾਂ I ਨੂੰ ਕਿਵੇਂ ਯਾਦ ਕਰ ਸਕਦੇ ਹਾਂ। ਆਮ ਤੌਰ ਤੇ ਆਪਾਂ ਬੋਲਦੇ ਨੇ I know, ਮੈਂ ਜਾਣਦਾ ਹਾਂ ਨਾ, ਅੰਗਰੇਜ਼ੀ ਦਾ ਵਰਡ I know, I 9 ਤੇ ਹੈ। ਇਹਦਾ ਮਤਲਬ ਕੀ ਬੱਚੋ ਬਣ ਗਿਆ I 9 ਤੇ ਹੈ ਬੱਚੋ। ਇਸ ਤੋਂ ਇਲਾਵਾ ਕੁਝ ਔਰ ਸ਼ਾਰਟਕਟ ਦੇਖਿਆ ਜਾਵੇ, ਜਿਵੇਂ ਬੱਚੋ P ਹੈ, P ਤੇ ਆਪਾਂ ਪ੍ਰਿੰਸ ਕਰ ਲੈਂਦੇ ਹਾਂ ਵਰਡ। P ਤੇ ਜੋ ਹੈ ਉਹ ਪ੍ਰਿੰਸ ਕਰ ਲੈਂਦੇ ਹਾਂ। ਪ੍ਰਿੰਸ 16 ਦਾ, 16 ਸਾਲ ਦੀ ਉਮਰ ਦਾ ਹੈ। ਔਰ ਫਿਰ ਜੇ P ਪ੍ਰਿੰਸ ਹੈ ਤਾਂ Q ਵੀ ਕੁਈਨ ਬਣ ਜਾਏਗਾ। ਕਿਉਂ ਨੂੰ ਫਿਰ 17 ਕਰ ਦਿੰਦੇ ਆ, ਕੁਈਨ 17 ਸਾਲ ਦੀ ਹੈ। ਜਸਟ ਇੱਕ ਰਿਮੈਂਬਰ ਕਰਨ ਦਾ ਤਰੀਕਾ ਹੈ। P 16 ਨੰਬਰ ਤੇ ਆਂਦਾ ਹੈ, ਕੁਈਨ Q 17 ਨੰਬਰ ਤੇ ਆਂਦਾ ਹੈ। ਆਪਾਂ ਇਸ ਤਰ੍ਹਾਂ ਬੱਚੋ ਇਸ ਨੂੰ ਯਾਦ ਕਰ ਸਕਦੇ ਹਾਂ। ਤਾਂ ਚਲੋ ਮੈਂ ਇਸ ਨੂੰ ਇੱਕ ਵਾਰੀ ਸਲਾਈਡ ਨੂੰ ਥੋੜਾ ਜਿਹਾ ਰਫ ਕਰਕੇ ਤੁਹਾਨੂੰ ਦੁਬਾਰੇ ਫਿਰ ਦੱਸਦਾ ਇਸੇ ਬਾਰੇ ਹੀ ਕੋਈ ਚੀਜ਼। ਇਸ ਤੋਂ ਇਲਾਵਾ ਅੱਛਾ ਜੀ, P Q ਤੋਂ ਬਾਅਦ ਅਗਰ ਦੇਖਿਆ ਜਾਏ ਆਪਣੇ ਕੋਲ R ਆ ਜਾਂਦਾ ਹੈ ਬੱਚੋ। ਜੋ R ਹੈ ਉਸਨੂੰ ਵੀ ਯਾਦ ਕੀਤਾ ਜਾ ਸਕਦਾ ਹੈ। R ਤੇ ਇੱਕ ਵਰਡ ਪੈਂਦਾ ਬੱਚੋ, ਜਿਸਨੂੰ ਤੁਸੀਂ ਕਹਿੰਦੇ ਹੋ ਰਿਸਪੌਂਸਿਬਿਲਿਟੀ। R ਤੇ ਕਿਹੜਾ ਵਰਡ ਪੈਂਦਾ ਬੱਚੋ, ਰਿਸਪੌਂਸਿਬਿਲਿਟੀ। R ਤੇ ਰਿਸਪੌਂਸਿਬਿਲਿਟੀ ਮਤਲਬ ਅਸੀਂ ਕੀ ਸਮਝਦੇ ਹਾਂ, ਜਦੋਂ ਅਸੀਂ 18 ਸਾਲ ਦੇ ਹੋ ਜਾਂਦੇ ਹਾਂ ਸਾਡੇ ਤੇ ਜ਼ਿੰਮੇਵਾਰੀ ਆ ਜਾਂਦੀ ਹੈ। ਸਾਡਾ ਵੋਟਰ ਕਾਰਡ ਬਣ ਜਾਂਦਾ ਹੈ, ਸਾਡਾ DL ਡਰਾਈਵਿੰਗ ਲਾਇਸੈਂਸ ਬਣ ਜਾਂਦਾ ਹੈ, ਸਾਡੀਆਂ ਕੁਝ ਔਰ ਜ਼ਿੰਮੇਵਾਰੀਆਂ ਘਰ ਦੇ ਪ੍ਰਤੀ ਵੱਧ ਜਾਂਦੀਆਂ ਨੇ। ਤਾਂ ਇਟ ਮੀਨਸ R ਮੀਨਸ ਰਿਸਪੌਂਸਿਬਿਲਿਟੀ। ਰਿਸਪੌਂਸਿਬਿਲਿਟੀ ਆਂਦੀ 18 ਤੇ, ਤਾਂ R ਦਾ ਰੈਂਕ ਬਣ ਗਿਆ 18 ਰਾਜੇ। T20 ਹੈ ਨਾ, 2020 ਦੇ ਮੈਚ ਹੁੰਦੇ ਨੇ ਤਾਂ T20 ਆਪਾਂ ਇਸ ਤਰ੍ਹਾਂ ਯਾਦ ਕਰ ਸਕਦੇ ਹਾਂ ਬੱਚੋ। ਉਸ ਤੋਂ ਬਾਅਦ ਜਿਵੇਂ V ਸ਼ਬਦ ਹੈ ਨਾ, V ਤੇ ਆਪਾਂ ਕਹਿੰਦੇ ਹਾਂ ਵੀਰ। ਵੀਰ ਬਣ ਗਿਆ ਨਾ, ਪੰਜਾਬੀ ਦਾ ਆਪਣਾ ਵੀਰ। V ਤੇ ਵੀਰ ਬਣ ਗਿਆ, ਆਪਾਂ ਕਹਿ ਦਿੰਦੇ ਹਾਂ ਵੀਰ ਕੀ ਹਾਲ ਹੈ, ਬਾਈ ਕੀ ਹਾਲ ਹੈ, ਇਹੋ ਜਿਹੇ ਸ਼ਬਦ ਯੂਜ਼ ਕਰਦੇ ਹਾਂ ਤਾਂ V ਆਪਣਾ 22 ਤੇ ਚਲਾ ਜਾਏਗਾ ਬੱਚੋ। ਹੋਪ ਸੋ ਤੁਸੀਂ ਇੰਟਰਸਟ ਲੈ ਰਹੇ ਹੋਵੋਗੇ, ਆਨੰਦ ਲੈ ਰਹੇ ਹੋਵੋਗੇ ਇਸ ਕਨਸੈਪਟ ਨੂੰ ਸਮਝਣ ਦੇ ਲਈ। ਇਸੇ ਤਰ੍ਹਾਂ ਜਿਵੇਂ X ਆਪਣੇ ਕੋਲ ਆਉਂਦਾ ਹੈ ਬੱਚੋ, ਬੇਟੇ X ਨਾਮ ਦਾ ਪਰਫਿਊਮ ਆਉਂਦਾ ਹੈ। X ਨਾਮ ਦਾ ਪਰਫਿਊਮ ਆਉਂਦਾ। ਪਰਫਿਊਮ ਵਾਲੇ ਕਹਿੰਦੇ ਨੇ ਕਿ ਜੀ ਸਾਡੇ ਇਸ ਪਰਫਿਊਮ ਦੀ 24 ਘੰਟੇ ਹੀ ਫ੍ਰੈਗਨੈਂਸ ਰਹਿੰਦੀ ਹੈ। 24 ਮੀਨਸ X 24 ਤੇ ਆ ਗਿਆ। ਅੰਡਰਸਟੈਂਡ ਕਰ ਪਾਏ ਬੇਟਾ। ਆਈ ਥਿੰਕ Y ਔਰ Z ਤੁਹਾਨੂੰ ਸਮਝਣ ਦੀ ਲੋੜ ਨਹੀਂ, ਇਹ ਤਾਂ ਅੰਤਮ ਵਰਡ ਨੇ। Y 25 ਤੇ, Z 26 ਤੇ ਆ ਗਿਆ। ਤਾਂ ਪਿਆਰੇ ਬੱਚੋ ਮੈਂ ਤੁਹਾਡੀ ਮਦਦ ਕੀਤੀ ਕਿ ਕਿਸ ਤਰੀਕੇ ਨਾਲ ਤੁਸੀਂ ਇਹ ਜੋ 26 ਲੈਟਰ ਨੇ ਉਹ ਇਸ ਨੂੰ ਯਾਦ ਕਰ ਸਕਦੇ ਹੋ। ਕਿਉਂ
ਕਿਉਂਕਿ ਇਹਨਾਂ ਲੈਟਰਸ ਨੂੰ ਯਾਦ ਕੀਤੇ ਬਿਨਾ ਆਪਣਾ ਕੰਮ ਨਹੀਂ ਚੱਲਣ ਵਾਲਾ। ਰੀਜ਼ਨਿੰਗ ਦੇ ਵਿੱਚ ਤੁਹਾਨੂੰ ਇਹ ਵਾਰ-ਵਾਰ ਦਿੱਕਤ ਦੇਗਾ। ਤੁਸੀਂ ਲੰਮੇ ਮੈਥਡ ਰਾਹੀਂ ਡੈਫੀਨੇਟਲੀ ਕੁਐਸਚਨ ਕਰ ਲੋਗੇ, ਬਟ ਪਿਆਰੇ ਬੱਚੋ ਟਾਈਮ ਇਜ਼ ਅ ਪ੍ਰੀਸ਼ੀਅਸ ਇਨ ਐਗਜ਼ਾਮ ਦੇ ਵਿੱਚ ਸਮਾਂ ਬਹੁਤ ਕੀਮਤੀ ਹੈ। ਅਗਰ ਤੁਸੀਂ ਇੱਕ ਬੱਚਾ 1 ਮਿੰਟ 'ਚ ਕੁਐਸਚਨ ਕਰ ਰਿਹਾ ਹੈ ਔਰ ਉਹੀ ਕੁਐਸਚਨ ਦੂਸਰਾ ਬੱਚਾ 30 ਸੈਕਿੰਡ 'ਚ ਕਰ ਰਿਹਾ ਹੈ, ਤਾਂ ਮੈਨੂੰ ਲੱਗਦਾ ਹੈ ਉਸਨੇ ਜੋ 30 ਸੈਕਿੰਡ ਬਚਾ ਲਏ ਉਹ ਕਿਸੇ ਟਫ ਕੁਐਸਚਨ ਤੇ ਇਨਵੈਸਟ ਕਰ ਸਕਦਾ ਹੈ। ਸੋ ਮੇਰੀ ਤੁਹਾਡੇ ਅੱਗੇ ਰਿਕੁਐਸਟ ਹੈ, ਤੁਸੀਂ ਪਲੀਜ਼ ਰੀਜ਼ਨਿੰਗ ਨੂੰ ਕਰਨ ਤੋਂ ਪਹਿਲਾਂ ਇਹ 26 ਲੈਟਰ ਜ਼ਰੂਰ ਯਾਦ ਕਰਿਓ ਪਿਆਰੇ ਬੱਚੋ। ਇਸ ਤੋਂ ਬਾਅਦ ਜੇਕਰ ਯਾਦ ਕਰਨ ਦਾ ਮੈਂ ਇੱਕ ਦੋ ਤਰੀਕਾ ਤੁਹਾਨੂੰ ਹੋਰ ਵੀ ਦੱਸ ਦੇਣਾ। ਅਸੀਂ ਵਾਰ-ਵਾਰ ਆਪਣਾ ਫੋਨ ਯੂਜ਼ ਕਰਦੇ ਹਾਂ ਪਿਆਰੇ ਬੱਚੋ, ਤੁਸੀਂ ਸਕਰੀਨ ਸੇਵਰ ਤੇ ਲਾ ਲਓ ਇਸਨੂੰ, ਇਹ ਲਿਖ ਕੇ 26 ਲੈਟਰ ਸਕਰੀਨ ਸੇਵਰ ਤੇ ਲਾ ਲਓ। ਜਾਂ ਫਿਰ ਕਿਸੇ ਬੱਚੇ ਦਾ ਨਾਮ ਹੈ, ਕਿਸੇ ਦਾ ਐਸ ਤੋਂ ਸਟਾਰਟ ਹੁੰਦਾ ਹੈ, ਕਿਸੇ ਦਾ ਐਚ ਤੋਂ ਸਟਾਰਟ ਹੁੰਦਾ ਹੈ, ਉਹਨਾਂ ਨਾਮਾਂ ਨੂੰ ਯਾਦ ਕਰ ਲਓ ਬੱਚੋ। ਜਿਵੇਂ ਮਰਜ਼ੀ ਕਰੋ, ਆਪਾਂ ਇੰਗਲਿਸ਼ 'ਚ ਕਹਿ ਦਿੰਦੇ ਨਾ ਜਿਵੇਂ ਬਾਈ ਹੁੱਕ ਐਂਡ ਕਰੂਕ ਬੇਟਾ, ਤਾਂ ਜਿਵੇਂ ਮਰਜ਼ੀ ਕਰੋ, ਪਲੀਜ਼ ਇਸ ਨੂੰ ਯਾਦ ਕਰੋ, ਜੋ ਤੁਹਾਨੂੰ ਬਹੁਤ ਬੈਨੀਫਿਟ ਦੇਣਗੇ ਇਸ ਚੈਪਟਰ ਦੇ ਵਿੱਚ। ਆਓ ਪਿਆਰੇ ਬੱਚੋ, ਅਗਰ ਆਪਾਂ ਨੂੰ ਇਹ ਚੀਜ਼ ਯਾਦ ਹੈ ਤਾਂ ਆਪਾਂ ਹੁਣ ਸਟਾਰਟ ਕਰਦੇ ਹਾਂ ਕੁਐਸਚਨ ਬੇਟੇ। ਮੈਂ ਪਹਿਲਾ ਕੁਐਸਚਨ ਬਿਲਕੁਲ ਆਸਾਨ ਪਾਇਆ ਹੈ, ਉਹ ਇਸ ਲਈ ਪਾਇਆ ਹੈ ਕਿ ਤੁਹਾਨੂੰ ਪਤਾ ਚੱਲੇ ਕਿ ਆਖਰ ਕੁਐਸਚਨ ਦੇ ਵਿੱਚ ਪੁੱਛਿਆ ਕੀ ਜਾਏਗਾ, ਕਿਸ ਤਰ੍ਹਾਂ ਦਾ ਕੁਐਸਚਨ ਆਏਗਾ ਲੈਟਰ ਸੀਰੀਜ਼ ਨੂੰ ਲੈ ਕੇ ਬੱਚੋ। ਤਾਂ ਬੱਚੋ ਦੇਖਿਆ ਜਾਏ A, B, C, D और E, ਅੱਗੇ ਕੁਐਸਚਨ ਮਾਰਕ ਪਾ ਦਿੱਤਾ ਔਰ ਥੱਲੇ ਆਪਸ਼ਨ ਦੇ ਦਿੱਤੇ, ਦੱਸੋ ਜੀ ਕੀ ਆਏਗਾ। ਤਾਂ ਪਿਆਰੇ ਬੱਚੋ ਮੈਨੂੰ ਲੱਗਦਾ ਹੈ ਕਿ ਇਹ ਕੁਐਸਚਨ ਬਹੁਤ ਆਸਾਨ ਹੈ, ਸਾਰੇ ਬੱਚੇ ਬੜੀ ਜਲਦੀ ਆਂਸਰ ਕਰ ਦੇਣਗੇ। ਸਰ A ਹੈ, ਫਿਰ B ਹੈ, ਫਿਰ C, ਫਿਰ D, ਫਿਰ E, ਅੱਗੇ ਸਰ F ਆਏਗਾ, F ਤੋਂ ਬਾਅਦ ਸਰ G ਆਏਗਾ। ਇਜ਼ ਅ ਕਾਮਨ ਸੈਂਸ, ਡੈਫੀਨੇਟਲੀ ਇਹ ਕਾਮਨ ਸੈਂਸ ਹੈ, ਤੁਸੀਂ ਆਸਾਨੀ ਨਾਲ ਆਂਸਰ ਲਾ ਦਿੱਤਾ F ਐਂਡ G ਬੇਟਾ। ਪਰ ਮੈਂ ਉਮੀਦ ਕਰਦਾ ਇੰਨਾ ਆਸਾਨ ਕੁਐਸਚਨ ਪੰਜਾਬ ਦੇ ਵਿੱਚ ਆਏਗਾ ਵੀ ਨਹੀਂ ਬੱਚੋ, ਬਟ ਆਪਾਂ ਨੂੰ ਇੱਕ ਵੇਰੀਐਂਟ ਸਮਝ ਆਇਆ ਕਿ ਸਾਡਾ ਜੋ ਕੁਐਸਚਨ ਪੁੱਛਣ ਦਾ ਤਰੀਕਾ ਐਗਜ਼ਾਮੀਨਰ ਦਾ ਉੱਥੇ ਹੋਏਗਾ ਉਹ ਕੁਝ ਇਸ ਤਰੀਕੇ ਦਾ ਹੋਏਗਾ। ਮੈਂ ਇਸ ਨੂੰ ਇਸ ਤਰ੍ਹਾਂ ਵੀ ਕਰ ਸਕਦਾ ਸੀ, A ਦੇ ਨੀਚੇ 1, B ਦੇ ਨੀਚੇ 2, ਫਿਰ 3, ਫਿਰ 4, ਫਿਰ 5। ਕਿਉਂ ਮੈਂ ਇਸ ਨੂੰ ਨੰਬਰ ਵਿੱਚ ਹੀ ਕਿਉਂ ਕਨਵਰਟ ਕੀਤਾ ਬੇਟੇ? ਮੈਂ ਨੰਬਰ ਵਿੱਚ ਇਸ ਲਈ ਕਨਵਰਟ ਕੀਤਾ ਕਿਉਂਕਿ ਸਾਨੂੰ ਗਿਣਤੀ ਯਾਦ ਰਹਿੰਦੀ ਹੈ। ਗਿਣਤੀ ਬਹੁਤ ਯੂਜ਼ ਕਰਦੇ ਹਾਂ ਅਸੀਂ, ਜੋ ਨੰਬਰ ਹੈ 1 2 3 4 5 7 8। ਜੇਕਰ ਮੈਂ ਤੁਹਾਨੂੰ ਪੁੱਛਾਂ 16 ਤੋਂ ਬਾਅਦ ਕੀ ਆਏਗਾ, ਤੁਸੀਂ ਫਟਾਕ ਦੇਣੇ ਬੋਲੋਗੇ ਜੀ 17 ਆਏਗਾ। ਸਰ ਇਹ ਵੀ ਕੋਈ ਵੱਡੀ ਗੱਲ ਹੈ, ਇਹ ਬਹੁਤ ਆਸਾਨ ਕੁਐਸਚਨ ਹੈ, 17 ਆਏਗਾ। ਪਰ ਪਿਆਰੇ ਬੱਚੋ ਜੇਕਰ ਮੈਂ ਤੁਹਾਨੂੰ ਕਹਾਂ x ਤੋਂ ਬਾਅਦ ਕੀ ਆਏਗਾ, ਤਾਂ ਆਈ ਥਿੰਕ ਸਾਨੂੰ ਆਂਸਰ ਦੇਣ ਲੱਗਿਆਂ ਮੇਬੀ 30 ਸੈਕਿੰਡ ਜਾਂ 40 ਸੈਕਿੰਡ ਦਾ ਸਮਾਂ ਲੱਗ ਜੇ। ਬਟ ਜੇਕਰ ਮੈਨੂੰ ਪਤਾ ਹੈ x 24 ਤੇ ਹੈ ਤਾਂ 25 ਤੇ ਮੈਂ ਕੀ ਯਾਦ ਕੀਤਾ ਹੋਇਆ ਪਿਆਰੇ ਬੱਚੋ, y ਨੂੰ, ਤਾਂ ਇਹ ਮੈਂ ਫਟਾਕ ਦੇਣੇ ਆਂਸਰ ਦੇ ਸਕਦਾ ਹਾਂ। ਆਈ ਹੋਪ ਤੁਸੀਂ ਮੇਰੀ ਉਹ ਗੱਲ ਨੂੰ ਸਮਝ ਪਾ ਰਹੇ ਹੋਵੋਗੇ ਮੈਂ ਕਿਉਂ ਇੰਨਾ ਇੰਫਾਸਿਸ ਕਰ ਰਿਹਾ ਹਾਂ ਕਿ ਪਿਆਰੇ ਬੱਚੋ ਇਹਨਾਂ ਲੈਟਰਸ ਨੂੰ ਤੁਸੀਂ ਨੰਬਰ ਵਿੱਚ ਜ਼ਰੂਰ ਕਨਵਰਟ ਕਰੋ, ਜੋ ਕਿਤੇ ਨਾ ਕਿਤੇ ਤੁਹਾਡੇ ਕੁਐਸਚਨ ਦੇ ਵਿੱਚ ਜੋ ਟਾਈਮ ਕੰਜ਼ੂਮ ਹੋਏਗਾ ਉਸ ਨੂੰ ਰਿਡਿਊਸ ਕਰਨਗੇ ਪਿਆਰੇ ਬੱਚੋ। ਆਓ ਬੇਟੇ ਇਸੇ ਵੈਲਿਊ ਦੇ ਆਧਾਰ ਤੇ ਆਪਾਂ ਅਗਲਾ ਕੁਐਸਚਨ ਲੈਂਦੇ ਹਾਂ ਔਰ ਸਮਝਦੇ ਹਾਂ ਅਗਲੇ ਕੁਐਸਚਨ ਦੇ ਵਿੱਚ ਕੀ ਪੁੱਛਿਆ ਗਿਆ ਹੈ ਸਾਡੇ ਤੋਂ ਔਰ ਅਸੀਂ ਇਸ ਨੂੰ ਕਿਸ ਤਰੀਕੇ ਨਾਲ ਟੈਕਲ ਕਰਨਾ ਹੈ ਬੱਚੋ। ਆਓ ਬੇਟੇ ਥੋੜਾ ਕੁਐਸਚਨ ਦਾ ਲੈਵਲ ਵਧਿਆ, ਕਹਿੰਦਾ Z ਹੈ, ਫਿਰ X ਹੈ, ਫਿਰ V, ਫਿਰ T, ਫਿਰ R। ਚਲੋ ਆਪਾਂ ਲਿਖ ਲੈਂਦੇ ਹਾਂ ਪਿਆਰੇ ਬੱਚੋ ਮਿਲ ਕੇ, Z, X, V, T, R। ਤੁਹਾਡਾ ਪਹਿਲਾ ਕੰਮ ਕੀ ਹੈ, ਤੁਸੀਂ ਚੁੱਪਚਾਪ ਇਹਦੇ ਥੱਲੇ ਨੰਬਰ ਲਿਖ ਲਓ। ਤੁਹਾਡੇ ਕੋਲ ਪੇਪਰ ਜੋ ਹੈ ਉੱਥੇ ਹਾਰਡ ਕਾਪੀ ਵਿੱਚ ਆਏਗਾ, ਤਾਂ ਪੁੱਤਰ ਤੁਹਾਨੂੰ ਇਹਨੂੰ ਨਵਾਂ ਲਿਖਣ ਦੀ ਲੋੜ ਨਹੀਂ, ਉਸੇ ਕੁਐਸਚਨ ਦੇ ਥੱਲੇ ਇਹਦੇ ਨੰਬਰ ਲਿਖ ਦਿਓ। Z 26, X 24 ਤੇ, V ਜੋ ਹੈ ਉਹ 22 ਤੇ, T ਜੋ ਹੈ 20 ਔਰ R ਜੋ ਹੈ ਬੱਚੋ 18 ਤੇ ਆ ਗਿਆ, 18 ਤੇ। ਚੈੱਕ ਕਰੋ ਕੀ ਹੋ ਰਿਹਾ ਹੈ, ਕਿਸ ਤਰ੍ਹਾਂ ਦੀ ਸਥਿਤੀ ਵਾਪਰ ਰਹੀ ਹੈ। 26 ਚ 2 ਘਟੇ, 24 ਬਣ ਗਏ ਬੱਚੋ। 24 ਚ ਫਿਰ 2 ਘਟਾ ਦਿੱਤੇ, 22 ਬਣ ਗਏ। 22 ਚ ਫਿਰ 2 ਘਟਾ ਦਿੱਤੇ, 20 ਬਣ ਗਏ। 20 ਚ ਫਿਰ 2 ਘਟਾ ਦਿੱਤੇ, 18 ਬਣ ਗਏ। ਇਹਦਾ ਮਤਲਬ ਇੱਕ ਪੈਟਰਨ ਬਣ ਗਿਆ, 2 2 2 ਮਾਈਨਸ ਕਰਨ ਦਾ ਬੱਚੋ ਪੈਟਰਨ ਬਣ ਗਿਆ। ਜਿਵੇਂ ਹੀ ਪੈਟਰਨ ਬਣ ਗਿਆ ਤਾਂ ਮੈਨੂੰ ਸਮਝ ਆਇਆ ਇੱਥੇ ਕੀ ਆਏਗਾ 16 ਔਰ ਇੱਥੇ ਕੀ ਆਏਗਾ 14। ਅਗਰ ਬੱਚੋ ਮੈਨੂੰ 16 ਯਾਦ ਹੈ ਤਾਂ ਆਪਾਂ P ਲਾ ਕੇ ਆਏ ਸੀ, P ਤੇ ਪ੍ਰਿੰਸ 16 ਸਾਲ ਦਾ ਔਰ N ਮਤਲਬ 14। N ਮਤਲਬ 14 ਬੱਚੋ, N ਮਤਲਬ ਨੋਟੀ, 14 ਸਾਲ ਦਾ ਬੱਚਾ ਨੋਟੀ ਹੁੰਦਾ, ਇਸ ਤਰ੍ਹਾਂ ਵੀ ਤੁਸੀਂ ਇਸ ਨੂੰ ਯਾਦ ਕਰ ਸਕਦੇ ਹੋ। ਤਾਂ ਪਿਆਰੇ ਬੱਚੋ ਜੋ ਆਪਣਾ ਆਂਸਰ ਹੈ ਉਹ ਹੈ P ਐਂਡ N ਬੇਟਾ।
आओ बेटा जी नैक्सट क्वेश्चन करते हैं। थोड़ा थोड़ा लेवल मैं अप करांगा जिमें जिमें अगले क्वेश्चन आएंगे बच्चे अपने कोल। ਤਾਂ ਪਲੀਜ਼ ਇਸ ਕੁਐਸਚਨ ਨੂੰ ਦੇਖੋ ਇੱਕ ਵਾਰੀ ਸਮਝੋ ਇਸ ਕੁਐਸਚਨ ਦੇ ਵਿੱਚ ਕੀ ਪੁੱਛਿਆ ਗਿਆ ਹੈ ਔਰ ਆਪਾਂ ਦੇਖਦੇ ਹਾਂ। ਦੇਖੋ ਜੀ ਜੋ B ਹੈ ਫਿਰ D ਫਿਰ G ਫਿਰ K ਫਿਰ P और ਮੈਨੂੰ ਅੱਗੇ ਪੁੱਛਿਆ ਗਿਆ ਕੀ ਆਏਗਾ। ਬੱਚੋ ਮੈਨੂੰ ਵੈਲਿਊ ਯਾਦ ਹੈ ਮੈਂ B ਦੀ ਵੈਲਿਊ 2 ਲਿਖੀ D ਦੀ ਵੈਲਿਊ 4 G ਦੀ 7 K ਦੀ 11 और फिर P ਦੀ 16। कुछ नहीं करना डिफरेंस लो नीचे माइनस कह रहे हैं +2 फिर बच्चों +3 फिर बच्चों +4 फिर बच्चों +5। आई थिंक ਤੁਹਾਨੂੰ ਪੈਟਰਨ ਸਮਝ ਆਇਆ 2 ਫਿਰ 3 ਫਿਰ 4 ਫਿਰ 5 ਹਰ ਵਾਰੀ ਇੱਕ ਇੱਕ ਵੱਧਦਾ ਜਾ ਰਿਹਾ। ਇਹਦਾ ਮਤਲਬ ਇੱਥੇ ਜੋ ਵੀ ਆਏਗਾ ਉਹਦੇ ਵਿੱਚ 6 ਵੱਧ ਕੇ ਆਣਗੇ। 16 6 ਕਿੰਨੇ ਹੋ ਸਕਦੇ ਨੇ ਬੱਚੋ 16 6 22 ਮੈਂ ਕਹਿ ਸਕਦਾ 22 ਤੇ ਮੇਰੇ ਕੋਲ ਕੀ ਆਏਗਾ 20 ਆ ਗਿਆ ਬੱਚੋ। ਹੁਣ ਅੱਗੇ ਕੀ ਜੋੜਿਆ ਜਾਏ 22 ਦੇ ਵਿੱਚ ਮੈਂ 7 ਜੋੜਾਂਗਾ ਬੱਚੋ ਜਿਵੇਂ ਹੀ 22 ਦੇ ਵਿੱਚ ਮੈਂ 7 ਜੋੜਿਆ ਤਾਂ ਟੋਟਲ ਕਿੰਨਾ ਆ ਗਿਆ ਬੱਚੋ 29। ਬਟ ਇੱਥੇ ਤਾਂ ਇੱਕ ਪ੍ਰੋਬਲਮ ਖੜੀ ਹੋ ਗਈ। ਪ੍ਰੋਬਲਮ ਕੀ ਸਰ ਜੋ ਲੈਟਰ ਨੇ ਉਹ ਤਾਂ 26 ਤੱਕ ਨੇ ਸਾਡੇ। ਡੋਂਟ ਵਰੀ ਬੱਚੋ ਉਸ ਨੂੰ ਤਾਂ ਨਹੀਂ ਪਤਾ ਨਾ ਕਿ ਆਪਾਂ ਨੇ ਇਸ ਨੂੰ ਨੰਬਰ ਵਿੱਚ ਯਾਦ ਕੀਤਾ ਤਾਂ ਆਪਾਂ ਕੀ ਸੋਚਾਂਗੇ 26 ਤੋਂ ਬਾਅਦ A B C ਦੁਆਰੇ ਚਲਾ ਦਾਂਗੇ। ਮੰਨ ਲਓ 26 ਤੋਂ ਬਾਅਦ 27 ਫਿਰ 28 फिर 29 बेटे 26 ਤੇ Z ਸੀ 27 ਤੇ ਫਿਰ A ਕਰਤਾ 28 ਤੇ B और 29 ਤੇ C ਕਰਤਾ ਤੇ ਪਿਆਰੇ ਬੱਚੋ ਆਪਣਾ ਆਨਸਰ ਆ ਗਿਆ 20 ਤੇ ਫਿਰ C बेटा। आई होप ਤੁਸੀਂ ਸਮਝ ਪਾਏ। ਮੈਂ ਰਿਪੀਟ ਕਰਨਾ ਇਸ ਕਨਸੈਪਟ ਨੂੰ ਜਿਵੇਂ ਹੀ ਤੁਹਾਡੀ ਗਿਣਤੀ ਜੋ ਹੈ ਉਹ 26 ਤੋਂ ਵਧੇਗੀ ਤਾਂ ਤੁਸੀਂ 27 ਨੰਬਰ ਨੂੰ ਫਿਰ ਵਾਪਸ ਸ਼ੁਰੂ ਕਰੋਗੇ A ਤੋਂ बेटा ਜੀ। ਇਸੇ ਤਰ੍ਹਾਂ 28 ਨੰਬਰ ਨੂੰ ਤੁਸੀਂ ਸ਼ੁਰੂ ਕਰੋਗੇ B ਤੋਂ। ਹੋਪਸੋ ਤੁਸੀਂ ਇਹ ਕਨਸੈਪਟ ਸਮਝ ਪਾਏ ਹੋਵੋਗੇ। ਆਓ ਬੱਚੋ ਇਸੇ ਕੁਐਸਚਨ 'ਚ ਥੋੜਾ ਜਿਹਾ ਟਫਨੈਸ ਲੈ ਕੇ ਆਨੇ ਆ ਅਗਲਾ ਕੁਐਸਚਨ ਕਰਦੇ ਹਾਂ ਉਸ ਕੁਐਸਚਨ ਨੂੰ ਸਮਝਦੇ ਹਾਂ। ਬੱਚੋ ਅਗਲਾ ਕੁਐਸਚਨ ਜੋ ਹੈ ਉਹ 3 ਦੇ ਵਿੱਚ ਆ ਗਿਆ। ਮੈਂ ਇਸ ਨੂੰ ਲਾਸਟ ਵਿੱਚ ਕਰਵਾਉਣਾ ਚਾਹਾਂਗਾ ਉਸ ਤੋਂ ਪਹਿਲਾਂ ਮੈਂ 2 ਡਿਜਿਟ ਵਾਲਾ ਕੁਐਸਚਨ ਲੈਣਾ ਚਾਹਾਂਗਾ। ਜੋ 2 ਡਿਜਿਟ ਦਾ ਕੁਐਸਚਨ ਹੈ ਉਸ ਨੂੰ ਆਪਾਂ ਦੇਖਦੇ ਹਾਂ ਪਹਿਲਾਂ ਪਹਿਲਾਂ ਇਹ ਕੁਐਸਚਨ ਕਰ ਲੈਂਦੇ ਆ ਫਿਰ ਉਸ ਪੁਆਇੰਟ ਤੇ ਆਵਾਂਗੇ। ਥੋੜਾ ਜਿਹਾ ਮੇਰੇ ਹਿਸਾਬ ਨਾਲ ਮੇਰੇ ਕੋਲ ਸਮਾਂ ਥੋੜਾ ਘੱਟ ਹੁੰਦਾ ਹੈ ਬੱਚਿਓ ਤਾਂ ਮੈਂ ਬਹੁਤ ਜਲਦੀ ਚ ਸਲਾਈਡ ਬਣਾਉਣਾ ਕੁਝ ਮਿਸਟੇਕ ਹੋ ਜਾਂਦੀਆਂ ਨੇ ਸੌਰੀ ਬੱਚਿਓ ਬਟ ਚਾਹੁੰਦਾ ਹਾਂ ਕਿ ਤੁਹਾਨੂੰ ਬੈਸਟ ਕੁਆਲਿਟੀ ਵਿੱਚ ਹੀ ਹਰ ਚੀਜ਼ ਦਿੱਤੀ ਜਾਵੇ। ਆਓ ਬੇਟਾ ਇਸ ਕੁਐਸਚਨ ਨੂੰ ਕਰਦੇ ਹਾਂ। ਮੈਂ ਉਹ ਕੁਐਸਚਨ ਵੀ ਬਾਅਦ ਵਿੱਚ ਤੁਹਾਨੂੰ ਸੋਲਵ ਕਰਵਾਵਾਂਗਾ। ਇਸੇ ਦਾ ਹੀ ਥੋੜਾ ਜਿਹਾ ਟਫ ਪਾਰਟ ਆ ਗਿਆ ਜੋ ਆਪਾਂ ਹੁਣੇ ਕੁਐਸਚਨ ਕਰਕੇ ਆਏ ਹਾਂ। ਲਓ ਬੱਚੋ ਆਪਣੇ ਕੋਲ Y है W है U है S है Q है ਅੱਗੇ ਆਪਾਂ ਨੇ ਦੱਸਣਾ ਹੈ ਬਸ ਫਟਾਫਟ ਨੰਬਰ ਲਾਓ 25 23 21 19 ਤੇ 17। 25 ਚ 2 ਗਏ 23 ਬਣ ਗਏ 23 ਚ 2 ਬੱਚੋ 21 21 ਚ 2 बेटा 19 19 ਚ 2 बेटा 17। सीरीज बन गई 2 2 2 माइनस हो रहे हैं तो अगे भी 2 माइनस कर दिए 15 अगे भी 2 माइनस कर दिए 15 बच्चों सॉरी 13। ਇੱਥੇ ਕੀ ਆ ਗਿਆ ਆਪਣੇ ਕੋਲ O ਇੱਥੇ ਆ ਗਿਆ ਬੱਚੋ M ਤਾਂ ਆਨਸਰ ਆਪਣਾ O ਐਂਡ M ਆ ਜਾਏਗਾ ਬੱਚੋ। आओ बेटा नेक्स्ट क्वेश्चन करते हैं। नेक्स्ट क्वेश्चन थोड़ा और टफ हो सकता है इससे ਦਾ मैं थोड़ा टफ दे रहा हाँ क्वेश्चन। मेरे ਕੋਲ Z ਲਿਖਿਆ ਮਿਲਿਆ ਔਰ मैं सब तो पहला मेरा काम ਉਹੀ ਹੈ ਜਿਵੇਂ ਤੁਹਾਡੇ ਕੋਲ क्वेश्चन आए ਤਾਂ ਤੁਸੀਂ ਕਰਨਾ ਕੀ ਹੈ ਬੱਚੋ ਨੰਬਰ ਲਿਖ ਲਓ। Z ਆਪਣੇ ਕੋਲ ਆ ਗਿਆ L ਆ ਗਿਆ X ਆ ਗਿਆ G V H T ਤੇ F ਆ ਗਿਆ ਬੱਚੋ। Z ਮੈਨੂੰ ਪਤਾ ਹੈ 26 ਨੰਬਰ ਤੇ ਆਂਦਾ ਹੈ L 12 ਤੇ है X बच्चों 24 ਤੇ J जो है 10 ਤੇ और V जो है 22 ਤੇ H बच्चों 8 T 20 और F is a 6 बच्चों। ਆਪਾਂ ਨੇ ਅੱਗੇ ਦੋ ਰੈਂਕ ਦੱਸਣੇ ਨੇ ਕੀ ਆ ਸਕਦੇ ਨੇ ਬੱਚੋ। ਦੇਖਿਆ ਜਾਏ ਹੁਣ ਥੋੜੀ ਜੀ ਗੜਬੜ ਹੋ ਰਹੀ ਹੈ 26 ਚੋਂ 12 ਗਏ आई थिंक 14 मगर बचनगे है ना -14 हो गए फिर किन्ने जोड़ देते 12 च फिर 12 जोड़ देते थोड़ा कॉम्प्लीकेट हो रहा है। ਆਪਾਂ ਇਸ ਨੂੰ ਆਸਾਨ ਕਰਦੇ ਹਾਂ। ਆਸਾਨ ਕਰਨ ਦਾ ਤਰੀਕਾ ਕੀ ਹੈ ਆਪਾਂ ਨੇ ਕੀ ਕੀਤਾ ਇੱਕ ਛੱਡ ਕੇ ਨੰਬਰ ਲੈ ਲੈਣੇ ਆ ਇਹ ਵਾਲਾ ਇੱਕ ਛੱਡ ਕੇ 26 ਚੋਂ 2 ਗਏ 24 24 ਚੋਂ ਫਿਰ ਇੱਕ ਛੱਡ ਕੇ 2 ਗਏ 22 22 ਚੋਂ ਫਿਰ ਇੱਕ 2 ਛੱਡ ਕੇ ਬੱਚੋ 20 बेटा फिर एक छड़ के अगे जो आएगा उसको -2 कर देने हैं तो इत्थे की आएगा बच्चों 18 18 मतलब रिस्पोंसिबिलिटी मतलब R अपने जो याद किया सी। सेम पैटर्न इहदे नाल करके देख लेने हैं
12 च 2 गए बच्चों 10, फिर 10 च 2 गए बच्चों 8, 8 च 2 गए बच्चों 6 और 6 च 2 गए बच्चों 4। D फॉर डॉग, कुछ याद है? तो आंसर अपना आ गया बच्चों R एंड D। आई होप ਤੁਸੀਂ ਸਮਝ ਪਾਏ ਇਸ ਗੱਲ ਨੂੰ। ਆਓ ਬੱਚੋ, ਇਹ ਤਾਂ ਸੀ ਸਿੰਗਲ ਲੈਟਰ ਜਦੋਂ ਤੁਹਾਡੇ ਤੋਂ ਆ ਜਾਏ ਤਾਂ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ। ਤੇ ਕਈ ਤਰ੍ਹਾਂ ਦੇ ਟਾਈਪ ਹੋਣਗੇ ਜੋ ਮੈਂ ਤੁਹਾਨੂੰ ਆਪਣੀ ਗ੍ਰੇਸ ਅਕੈਡਮੀ ਦੀ ਐਪ ਵਿੱਚ ਇਸ ਦਾ ਪ੍ਰੈਕਟਿਸ ਸੈੱਟ ਦੇਵਾਂਗਾ, ਜਿਸ ਨੂੰ ਤੁਸੀਂ ਬੜੀ ਹੀ ਆਸਾਨੀ ਨਾਲ ਕੁਐਸਚਨਾਂ ਨੂੰ ਸਮਝਣਾ ਕਰਨਾ। ਬੇਟੇ ਲਗਭਗ 25 ਤੋਂ 30 ਕੁਐਸਚਨ ਤੁਹਾਨੂੰ ਹਰ ਕਨਸੈਪਟ ਨੂੰ ਟੱਚ ਕਰਵਾ ਕੇ ਦਿਖਾਣਗੇ, ਜਿਹਦੀ ਪ੍ਰੈਕਟਿਸ ਦੇ ਨਾਲ ਤੁਸੀਂ ਆਸਾਨੀ ਨਾਲ ਇਸ ਕਨਸੈਪਟ ਨੂੰ ਸਮਝ ਲਓਗੇ। ਬੱਚੋ ਨੈਕਸਟ ਸਲਾਈਡ ਤੇ ਆਨੇ ਆ ਔਰ ਹੁਣ ਥੋੜਾ ਜਿਹਾ ਟੌਪਿਕ ਚੇਂਜ ਹੋਇਆ। ਟੌਪਿਕ ਕੀ ਚੇਂਜ ਹੋਇਆ? ਹੁਣ ਤੱਕ ਜਿਹੜੇ ਕੁਐਸਚਨ ਕਰ ਰਹੇ ਸੀ ਉਹ ਅਸੀਂ ਸਿੰਗਲ ਲੈਟਰ ਤੇ ਕਰ ਰਹੇ ਸੀ, ਬਟ ਨਾਓ ਮੇਰੇ ਕੋਲ ਡਬਲ ਲੈਟਰ ਤੇ ਕੁਐਸਚਨ ਆ ਗਿਆ ਬੱਚੋ। ਜੇਕਰ ਡਬਲ ਲੈਟਰ ਤੇ ਆ ਜੇ ਤਾਂ ਘਬਰਾਣਾ ਨਹੀਂ ਹੈ, ਆਪਣਾ ਕੰਮ ਉਹੀ ਹੈ ਜੋ ਆਪਾਂ ਨੇ ਸ਼ੁਰੂ ਕੀਤਾ ਸੀ। A ਤੇ Z ਇਕੱਠੇ ਕਰ ਲਓ, B ਤੇ Y ਇਕੱਠੇ ਕਰ ਲਓ ਬੱਚੇ, C ਤੇ X ਇਕੱਠੇ ਕਰ ਲਓ ਔਰ ਇੱਥੇ ਆਪਾਂ दो क्वेश्चन मार्क लाए। बस वैल्यू पुट करो 1 दी सॉरी A दी 1, Z दी बच्चों 26, B दी 2, Y दी बच्चों 25, C दी 3 है, X दी बच्चों 24 है। चलो उसे पैटर्न ते काम करते हैं। एक छड़ के फर्स्ट नू फर्स्ट नाल मैच करो, आ फर्स्ट अगले फर्स्ट नाल मैच करो तो प्लस 1 होया। फिर फर्स्ट ਨੂੰ ਫਸਟ ਨਾਲ ਮੈਚ ਕਰੋ, ਪਲੱਸ 1 ਹੋਇਆ। ਮੈਨੂੰ ਪੈਟਰਨ ਪਤਾ ਚੱਲ ਗਿਆ ਕਿ ਇਹਦੇ ਵਿੱਚ 1 ਪਲੱਸ ਹੋ ਰਿਹਾ, ਤਾਂ ਫਿਰ ਮੈਂ ਫਰਸਟ ਨੂੰ ਫਸਟ ਨਾਲ ਮੈਚ ਕੀਤਾ, 3 + 1 ਬੱਚੋ D ਆ ਗਿਆ। D ਆਪਣੇ ਕੋਲ ਇੱਥੇ 4 ਬਣ ਗਿਆ ਬੱਚੋ, ਹੈ ਨਾ। ਅਗਲਾ ਦੇਖਦੇ ਹਾਂ। 26 ਨਾਲ ਕੀ ਕੀਤਾ ਉਸਨੇ? ਲਾਸਟ ਲੈਟਰ ਨੂੰ ਲਾਸਟ ਨਾਲ ਮੈਚ ਕੀਤਾ ਤਾਂ ਬੱਚੋ 1 ਮਾਈਨਸ ਕਰ ਦਿੱਤਾ। ਫਿਰ ਲਾਸਟ ਨੂੰ ਲਾਸਟ ਨਾਲ ਕੀਤਾ ਤਾਂ ਬੱਚੋ ਸੌਰੀ 1 ਕਰਨਾ ਸੀ ਬੇਟੇ, ਸੌਰੀ ਇੱਥੇ 1 ਆਏਗਾ। फिर इतने 1 माइनस किया बच्चों 24 आ गया, और सेम इतने 1 माइनस करांगे 24 चो 1 गए 23 आ गया, 23 पे आंदा है W। तो मेरा आंसर जो आएगा वो है बच्चों D एंड W। आई थिंक मैं उम्मीद करांगा प्यारे बच्चों ਤੁਹਾਨੂੰ ਇਹ क्वेश्चन समझ आ गया है। ਕੋਈ ਪ੍ਰੋਬਲਮ ਨਹੀਂ ਕਿਸੇ ਤਰ੍ਹਾਂ ਦੀ ਇਸ ਕੁਐਸਚਨ ਨੂੰ ਕਰਨ ਦੀ। ਫਸਟ ਨੂੰ ਫਸਟ ਨਾਲ ਮੈਚ ਕਰਦੇ ਜਾਓ, ਫਸਟ ਨੂੰ ਫਸਟ ਨਾਲ ਮੈਚ ਕਰਦੇ ਜਾਓ, ਲਾਸਟ ਨੂੰ ਲਾਸਟ ਨਾਲ ਮੈਚ ਕਰਦੇ ਜਾਓ ਔਰ ਪੈਟਰਨ ਚੈੱਕ ਕਰੋ। ਇੱਕ ਪੈਟਰਨ ਬਣੇਗਾ, ਉਸੇ ਪੈਟਰਨ ਨੂੰ ਹੀ ਅਸੀਂ ਆਪਾਂ ਅੱਗੇ ਇੰਪਲੀਮੈਂਟ ਕਰਾਂਗੇ ਬੱਚੋ। ਆਈ ਹੋਪ ਤੁਸੀਂ ਸਮਝ ਪਾਏ। ਆਓ ਬੇਟੇ ਸੈਕਿੰਡ ਕੁਐਸਚਨ ਕਰਦੇ ਹਾਂ। ਉਹ ਇਸੇ ਸਲਾਈਡ ਤੇ ਹੈ, ਮੈਂ ਥੋੜਾ ਰਫ ਕਰਦਾ ਨੀਚੇ ਤੋਂ ਤਾਂ ਕਿ ਆਪਾਂ ਆਸਾਨੀ ਨਾਲ ਅਗਲੇ ਕੁਐਸਚਨ ਨੂੰ ਸਮਝ ਪਾਈਏ। हाँ जी बेटा, अगले क्वेश्चन ਨੂੰ ਤੁਸੀਂ ਪੜ੍ਹਨਾ ਸ਼ੁਰੂ ਕਰੋ ਔਰ ਆਪਣੀ ਨੋਟਬੁੱਕ ਤੇ ਲਿਖੋ ਇਸ ਕੁਐਸਚਨ ਨੂੰ। ਮੈਨੂੰ ਲੱਗਦਾ ਹੈ ਕਿ ਤੁਸੀਂ ਆਸਾਨੀ ਨਾਲ ਇਹ ਕੁਐਸਚਨ ਕਰ ਲਓਗੇ ਕਿਉਂਕਿ ਇਹਦਾ ਕਨਸੈਪਟ ਆਪਾਂ ਉੱਪਰ ਵਾਲੇ ਕੁਐਸਚਨ 'ਚ ਕਰ ਲਿਆ ਹੈ। ਚਲੋ ਦੇਖਦੇ ਹਾਂ। 10ਵਾਂ ਕੁਐਸਚਨ ਬੱਚੋ ਮੈਂ ਇੱਥੇ ਕਰਵਾਉਣ ਜਾ ਰਿਹਾ। A Z C X F ਤੇ U ਅੱਗੇ ਦੋ ਖਾਲੀ ਥਾਂ ਨੇ ਲੱਗੇ। A ਦੀ वैल्यू पुट कर लो, Z ਦੀ वैल्यू पुट कर लो, C ਦੀ वैल्यू बच्चों 24x, फिर बेटा F आ गया 6 ਤੇ ਔਰ ਇੱਥੇ ਆ ਗਿਆ 21। ਉਹੀ ਕੰਮ ਕਰਾਂਗੇ ਪੁੱਤ ਆਪਾਂ ਜਿਹੜਾ ਪਹਿਲਾਂ ਕੀਤਾ ਸੀ। 1 ਦੇ ਵਿੱਚ ਕਿੰਨੇ ਜੋੜੀਏ? 2 ਜੋੜ ਦਈਏ, 3 ਬਣ ਗਿਆ। 3 ਵਿੱਚ ਕਿੰਨੇ ਜੋੜੀਏ ਬੱਚੋਂ? 3 ਜੋੜੀਏ। ਇੱਕ ਪੈਟਰਨ ਸਮਝ ਆ ਰਿਹਾ ਬੇਟਾ? ਪਹਿਲਾਂ 2 ਜੋੜੇ ਫਿਰ 3 ਜੋੜੇ, ਇਹਦਾ ਮਤਲਬ ਅੱਗੇ 4 ਜੋੜਾਂਗੇ। ਅੱਗੇ 4 ਜੋੜਾਂਗੇ ਤਾਂ ਕੀ ਆ ਸਕਦਾ ਹੈ? 6 + 4 ਬੱਚੋ 10 ਆ ਗਿਆ। 10 ਤੇ ਤੁਹਾਨੂੰ ਯਾਦ ਹੈ ਇਜ਼ੋਟੀ ਵਰਡ ਦੇ ਵਿੱਚ ਆਪਾਂ ਨੇ 5 ਦਾ ਮਲਟੀਪਲ J ਬਾਹਰ ਕੱਢ ਲਿਆ ਸੀ। ਆਓ ਦੋਸਤੋ ਅਗਲਾ ਕਰਦੇ ਹਾਂ। 26 ਤੇ 24 ਦਾ ਦੇਖੋ -2 ਹੋਏ, ਫਿਰ ਲਾਸਟ ਵਿੱਚ 24 ਤੇ 21 ਦੇਖੋ -3 ਹੋਏ, ਇਹਦਾ ਮਤਲਬ ਅੱਗੇ ਵੀ -4 ਹੋਣਗੇ ਤਾਂ 21 ਤੋਂ 4 ਗਏ ਬੱਚੋ 17 ਆਂਦਾ ਹੈ। 17 ਤੇ ਕੁਈਨ ਜਿੰਦਾਬਾਦ ਹੈ, ਆਪਾਂ ਨੂੰ ਯਾਦ ਹੈ ਉਹ ਚੀਜ਼। आ लो जी J एंड Q मेरा बच्चों आंसर है। लो जी थर्ड ऑप्शन इज माय आंसर। प्यारे बच्चों चाहे 2 ਲੈਟਰ ਦਾ ਸੈੱਟ ਬਣੇ, ਤੁਸੀਂ ਫਸਟ ਨੂੰ ਫਸਟ ਨਾਲ ਮੈਚ ਕਰੋ। ਫਸਟ ਮੀਨਸ ਮੈਂ ਇਸ ਨੂੰ ਫਸਟ ਕਹਿ ਰਿਹਾ, ਇਸ ਨੂੰ ਫਸਟ ਕਹਿ ਰਿਹਾ। ਫਸਟ ਨੂੰ ਫਸਟ ਨਾਲ ਮੈਚ ਕਰੋ, ਸੈਕਿੰਡ ਨੂੰ ਸੈਕਿੰਡ ਨਾਲ ਮੈਚ ਕਰੋ। ਇੱਕ ਪੈਟਰਨ ਬਣੇਗਾ, ਜਿਵੇਂ ਇਹ ਪੈਟਰਨ ਬਣਿਆ ਜਾਂ ਇਹ ਪੈਟਰਨ ਬਣਿਆ, ਉਸੇ ਪੈਟਰਨ ਦੇ ਬਿਹਾਫ ਤੇ ਤੁਸੀਂ ਕੁਐਸਚਨ ਨੂੰ ਸੋਲਵ ਕਰ ਸਕਦੇ ਹੋ। आई होप ਤੁਸੀਂ ਸਮਝ ਪਾਏ ਬੇਟਾ ਜੀ। ਮੈਂ ਨੈਕਸਟ ਕੁਐਸਚਨ ਦੇ ਰਿਹਾ ਹਾਂ, ਥੋੜਾ ਜਿਹਾ ਇਸੇ ਦਾ ਹੀ ਹਾਰਡ ਸਟੈਪ। ਮੈਕਸਿਮਮ
ਮੈਕਸਿਮਮ ਤੁਹਾਡੇ ਤੋਂ 3 ਲੈਟਰ ਦਾ ਸੈੱਟ ਪੁੱਛਿਆ ਜਾ ਸਕਦਾ ਹੈ, ਔਰ ਉਹ 3 ਲੈਟਰ ਮੈਂ ਇਹਦੇ ਵਿੱਚ ਪਾ ਦਿੱਤੇ ਨੇ। ਚਲੋ ਆਪਾਂ ਦੇਖਦੇ ਹਾਂ, ਇਸ ਕੁਐਸਚਨ ਨੂੰ ਕਰਦੇ ਹਾਂ ਬੱਚਿਓ। ਆਪਣੇ ਕੋਲ ਕੁਐਸਚਨ ਹੈ FLPINSLPV और ਅੱਗੇ ਪੁੱਤ ਆਪਾਂ ਨੇ ਦੱਸਣਾ ਹੈ ਬੱਚਿਓ। ਸਭ ਤੋਂ ਪਹਿਲਾਂ ਤਾਂ ਤੁਸੀਂ ਵੈਲਿਊ ਪੁੱਟ ਕਰੋ 6 ਤੇ ਬੱਚੋ 12 16 9 14 19। ਉਸ ਤੋਂ ਬਾਅਦ ਬੱਚੋ ਫਿਰ 12 ਫਿਰ 16 ਫਿਰ ਬੱਚੋ 22। ਚਲੋ ਫਿਰ ਚੈੱਕ ਕਰਦੇ ਹਾਂ ਆਖਰ ਹੋ ਕੀ ਰਿਹਾ ਹੈ। ਬੱਚੋ ਜਿਵੇਂ ਆਪਾਂ 2 ਦੇ ਕੁਐਸਚਨ ਵਾਲੇ ਸੈੱਟ ਵਿੱਚ ਕਰ ਰਹੇ ਸੀ ਨਾ, ਫਸਟ ਨੂੰ ਫਸਟ ਨਾਲ ਮਿਲਾ ਰਹੇ ਸੀ, ਉਵੇਂ ਹੁਣ ਆਪਾਂ ਇਸ ਫਸਟ ਨੂੰ ਇਸ ਫਸਟ ਨਾਲ, ਇਸ ਫਸਟ ਨੂੰ ਫਿਰ ਇਸ ਫਸਟ ਨਾਲ ਮਿਲਾਵਾਂਗੇ। ਚਲੋ ਚੈੱਕ ਕਰਦੇ ਹਾਂ। 6 ਦੇ ਵਿੱਚ 3 ਜੋੜੀਏ 9 ਬਣ ਗਿਆ, 9 ਚ 3 ਜੋੜੀਏ ਫਿਰ 12 ਬਣ ਗਿਆ। ਸੈੱਟ ਸਮਝ ਆ ਰਿਹਾ? 3 3 ਐਡ ਹੋ ਰਹੇ ਨੇ ਤਾਂ 12 ਚ 3 ਜੋੜਾਂਗੇ ਕੀ ਬਣ ਜਾਏਗਾ ਬੱਚੋ 15, ਔਰ 15 ਤੇ ਉਹ ਆਪਣਾ शुरू हो गया जी। आंसर का पहला पोर्शन अपने को आ गया। बच्चों सेकंड नो देखो, ये 12 ते है सेकंड बच्चों, एदा सेकंड देखो 12 एदा सेकंड 14, एदा मतलब किन्ने जुड़े 2 ऐड हुए। फिर 14 च 2 जोड़ के किन्ने बनाए गए बच्चों 16 बनाए गए। इत्थे मैं 2 लिखना सी बच्चों। और फिर इसे तरह 16 ਦੇ ਵਿੱਚ ਮੈਂ 2 ਜੋੜ ਕੇ ਕੀ ਲਿਖਾਂ ਬੱਚੋ 16 ਦੇ ਵਿੱਚ 2 ਜੋੜੇ ਤਾਂ 18 18 ਤੇ ਬੱਚੋ ਆ ਮੇਰਾ ਆਨਸਰ ਆ ਗਿਆ। ਅਗਲੇ ਤੇ ਚੈੱਕ ਕਰਦੇ ਹਾਂ ਆਪਾਂ ਬੱਚੋ, ਇਹ P ਹੈ, ਇਹ P ਦਾ S ਪਿਆ ਆਪਣੇ ਕੋਲ। P ਦੇਖਿਆ ਜਾਵੇ 16 ਤੇ ਹੈ ਤਾਂ 3 ਜੋੜ ਕੇ 19 ਬਣਾ ਦਿੱਤਾ ਇਸਨੇ ਬੇਟਾ। ਫਿਰ S ਦੇ ਵਿੱਚ ਆਪਾਂ ਨੇ 3 ਜੋੜੇ, ਮਤਲਬ 19 ਦੇ ਵਿੱਚ 3 ਜੋੜੇ ਤਾਂ 22 ਬਣ ਗਏ। ਇਹਦਾ ਮਤਲਬ ਇਹਦੇ ਵਿੱਚ ਲਾਸਟ ਵਾਲੇ ਵਿੱਚ ਵੀ 3 3 ਐਡ ਹੋ ਰਹੇ ਨੇ ਤਾਂ 22 ਦੇ ਵਿੱਚ ਆਪਾਂ 3 ਜੋੜ ਕੇ 25 ਕਰ ਦਾਂਗੇ ਤਾਂ ਆਪਣਾ ਜੋ ਆਨਸਰ ਬਣਿਆ ਬੱਚੋ ORY। ਬੱਚੋ ਇਸ ਕੁਐਸਚਨ ਨੂੰ ਹੋਰ ਵੀ ਸ਼ਾਰਟ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਆਪਸ਼ਨ ਮੈਥਡ ਦੇ ਰਾਹੀਂ, ਬਟ ਆਪਸ਼ਨ ਮੈਥਡ ਤੁਸੀਂ ਉਸ ਸਮੇਂ ਯੂਜ਼ ਕਰੋ ਜਦੋਂ ਇੱਥੇ ਨਨ ਆਫ ਥੀਸ ਨਾ ਹੋਵੇ। ਮੰਨ ਲਓ ਮੈਂ ਇਸ ਨੂੰ ਇੱਕ ਵਾਰੀ ਰੱਖ ਕਰਕੇ ਤੁਹਾਨੂੰ ਸਮਝਾਣਾ ਹਾਂ। मेरा जो आंसर है वो कुछ इस तरह आया बच्चों। लेट्स सी, एक मिनट ली बेटा, मैं स्लाइड थोड़ी रफ करनी पेगी ताकि तुहानू मैं बेटर वे नाल समझा पावां बच्चों। देखो बेटे, इसका शॉर्टकट तरीका वो भी है, बट शॉर्टकट दी ना एक लिमिट होंदी है बच्चों। और मैं चाहुंदा हां कि तुसी इस मैथड दे राहीं करो, आसानी नाल तुसी क्वेश्चन नू कर लोगे बेटा। अच्छा देखो बेटे, अपने कोल जो आंसर आया वो OR ते Y आया बेटा। जेकर देखा जाए ORYUX, मेरा क्वेश्चन का पहला लैटर ही O आ गया सी तो मैं ए ऑप्शन भी नहीं, ए ऑप्शन भी नहीं, ए ऑप्शन भी नहीं, बट ऑप्शन मेरे को एक बची। तो कई बारी बच्चे की बड़ी जल्दबाजी विच इत्थे आंसर ला के आ जाते हैं। पर प्यारे बच्चों, कई बारी एग्जामिनर बहुत शार्प माइंड नाल तुहाडे नाल खेडेगा। की करदा है वो पहला लैटर भी सेम दे दिंदा है, दूजा लैटर भी सेम दे दिंदा है। अगला लैटर आना तो Y सी बट वो इत्थे S लिख दिंदा है। और ਅਸੀਂ ਕੀ ਕਰਦੇ ਹਾਂ ਓਨਲੀ ਪਹਿਲਾ ਸੋਲਵ ਕਰਕੇ ਹੀ ਆਨਸਰ ਤੇ ਚਲੇ ਜਾਂਦੇ ਹਾਂ, ਜਿਹਦੇ ਕਰਕੇ ਉਹ ਐਗਜ਼ਾਮੀਨਰ ਪਾਸ ਹੋ ਜਾਂਦਾ ਹੈ, ਅਸੀਂ ਪਾਸ ਨਹੀਂ ਹੁੰਦੇ ਬੇਟਾ। ਐਗਜ਼ਾਮੀਨਰ ਪਾਸ ਹੋਣ ਦਾ ਮਤਲਬ ਕੀ ਹੈ? ਐਗਜ਼ਾਮੀਨਰ ਦਾ ਇੱਕੋ ਹੀ ਕੰਮ ਹੈ ਕਿ ਤੁਹਾਡਾ ਟਾਈਮ ਜ਼ਿਆਦਾ ਤੋਂ ਜ਼ਿਆਦਾ ਕੁਐਸਚਨ ਤੇ ਲਗਵਾਇਆ ਜਾਏ ਤੇ ਦੂਸਰਾ ਤੁਹਾਨੂੰ ਰੋਂਗ ਆਪਸ਼ਨ ਤੱਕ ਅਸੀਂ ਲੈ ਕੇ ਆਈਏ। ਐਗਜ਼ਾਮੀਨਰ ਇਹ ਸੋਚ ਕੇ ਕੰਮ ਨੂੰ ਕਰਦਾ ਹੈ ਬੱਚੋ। ਹਾਂ, ਜੇਕਰ ਇੱਥੇ ਨਨ ਆਫ ਥੀਸ ਨਾ ਹੁੰਦਾ ਇਸ ਆਪਸ਼ਨ ਦੇ ਵਿੱਚ, ਔਰ ਇੱਥੇ ਲਿਖਿਆ ਹੁੰਦਾ ਜਿਵੇਂ ਇਹ ਪੰਜਵਾਂ ਆਪਸ਼ਨ UST ਕੁਛ ਇਸ ਤਰ੍ਹਾਂ ਦਾ ਕੋਈ ਦਿੱਤਾ ਹੁੰਦਾ ਬੱਚੋ, ਫਿਰ ਤੁਸੀਂ ਚੁੱਪਚਾਪ ਪਹਿਲੇ ਲੈਟਰ ਤੋਂ ਹੀ ਅੱਗੇ ਚਲੇ ਜਾ ਸਕਦੇ ਸੀ। ਫਿਰ ਇੱਥੇ ਤੁਸੀਂ ਟਿਕ ਕਰਕੇ ਅੱਗੇ ਆ ਸਕਦੇ ਸੀ ਕੁਐਸਚਨ ਦੇ ਵਿੱਚ ਬੇਟਾ। ਮੈਂ ਉਮੀਦ ਕਰਦਾ ਤੁਹਾਨੂੰ ਇਹ ਚੀਜ਼ ਸਮਝ ਆਈ ਹੋਏਗੀ। ਆਓ ਆਪਾਂ ਅਗਲੇ ਕੁਐਸਚਨ ਦੇ ਲਈ ਮੂਵ ਕਰਦੇ ਹਾਂ ਬੱਚੋ। ਮੈਂ ਨੈਕਸਟ ਸਲਾਈਡ ਤੁਹਾਨੂੰ ਸ਼ੋ ਕਰਵਾਉਣਾ ਬੱਚੋ। ਬੇਟਾ दिस वन ये क्वेश्चन ਆਪਾਂ ਕਰ ਆਏ ਹਾਂ। ਇਹ क्वेश्चन ਆਪਾਂ ਕਰਾਂਗੇ ਜੋ 3 ਪਾर्ट ਵਾਲਾ ਹੈ ਬੱਚੋ। ਆਪਣੇ ਕੋਲ ਲਿਖਿਆ ਹੋਇਆ ਹੈ OTP। ਮੈਂ ਚਾਹੁੰਦਾ ਕਿ ਤੁਸੀਂ ਮਿਲ ਕੇ ਮੇਰੇ ਨਾਲ ਹੀ ਕਾਪੀ ਪੈਨ ਚੱਕੋ ਔਰ ਨਾਲ ਹੀ ਕੁਐਸਚਨ ਨੂੰ ਕਰੋ। ਤੁਹਾਨੂੰ ਨਾਲ ਹੀ ਸਮਝ ਆਏਗਾ। ਜਿਵੇਂ ਸਮਝ ਆਏਗਾ ਇੱਕ ਅੰਦਰੋਂ ਖੁਸ਼ੀ ਉੱਠੇਗੀ ਕਿ ਮੈਂ ਇੱਕ ਨਵਾਂ ਕਨਸੈਪਟ ਅੱਜ ਸਿੱਖ ਲਿਆ ਹੈ। ਔਰ ਉਹੀ ਖੁਸ਼ੀ ਪਿਆਰੇ ਬੱਚੋ ਤੁਹਾਨੂੰ ਤੁਹਾਡੇ ਡ੍ਰੀਮ ਨੂੰ ਪੂਰਾ ਕਰਨ ਦੇ ਵਿੱਚ ਸਾਥ ਦੇਵੇਗੀ ਬੱਚੋ। ਆ ਲਓ ਜੀ, ਆਪਾਂ ਨੇ ਇੱਥੇ ਲਿਖ ਲਿਆ ਸਾਰੇ ਦੇ ਸਾਰੇ ਨੰਬਰ। ਉਹ ਆ ਗਿਆ 15 ਤੇ, ਫਿਰ ਬੱਚੋ 20, ਫਿਰ 5, 16, 21, 5,
17, 22 और 7 और फिर बेटे 18, 23 और 8 बच्चों। प्यारे बच्चों अपना काम वही है, फर्स्ट ਨੂੰ ਫਰਸਟ ਨਾਲ, ਸੈਕਿੰਡ ਨੂੰ ਸੈਕਿੰਡ ਨਾਲ ਔਰ ਥਰਡ ਨੂੰ ਥਰਡ ਨਾਲ। ਫਰਸਟ ਮੀਨਸ A ਵਾਲਾ ਫਰਸਟ ਇਸ ਫਰਸਟ ਨਾਲ, ਸੈਕਿੰਡ ਮੀਨਸ A ਵਾਲਾ ਸੈਕਿੰਡ ਇਸ ਨਾਲ ਔਰ ਥਰਡ ਮੀਨਸ A ਵਾਲਾ ਥਰਡ ਇਸ ਨਾਲ ਬੱਚੋ। 15 ਦੇ ਵਿੱਚ 1 ਵਧੇ 16, 16 ਦੇ ਵਿੱਚ 1 ਵਧੇ 17, 17 ਦੇ ਵਿੱਚ 1 ਵਧੇ 18, ਇਹਦਾ ਮਤਲਬ ਅੱਗੇ ਕੀ ਆਣਾ ਚਾਹੀਦਾ 19, 19 ਮਤਲਬ S। ਲਓ ਜੀ ਪਹਿਲਾ ਕੰਮ ਹੋ ਗਿਆ ਆਪਣਾ। ਓਕੇ ऑप्शन ਚ ਚੈੱਕ ਕਰੋ ਸਾਰੇ ਹੀ ਯੈਸ ਨੇ, ਆ ਵੀ ਯੈਸ ਹੈ, ਇਹ ਰੋਂਗ ਹੋ ਗਿਆ, ਆ ਵੀ ਯੈਸ ਹੈ, ਆ ਵੀ ਯੈਸ ਹੈ। ਅਗਲਾ ਕੁਐਸਚਨ ਲੈ ਲੈਂਦੇ, ਇਹਦੇ ਵਿੱਚ ਨਨ ਆਫ ਥੀਸ ਨਹੀਂ ਹੈਗਾ, ਆਪਾਂ ਲਾ ਸਕਦੇ ਹਾਂ ਆਨਸਰ। ਚਲੋ ਚੈੱਕ ਕਰਦੇ ਹਾਂ। ਅਗਲਾ ਦੇਖਿਆ ਜਾਵੇ ਸੈਕਿੰਡ ਨੂੰ ਸੈਕਿੰਡ ਨਾਲ, 20 ਦਾ 21 ਬਣਿਆ, 21 ਦਾ 22 ਬਣਿਆ, 22 ਦਾ ਕੀ ਬਣ ਗਿਆ ਬੱਚੋ 23 ਔਰ 23 ਦਾ ਕੀ ਬਣਾਈਏ 24, 24 ਮਤਲਬ ਐਕਸ ਪਰਫਿਊਮ, ਯਾਦ ਹੈ 24 ਘੰਟੇ ਉਹ ਵਾਲਾ। ਲਓ ਪੁੱਤਰ ਦੇਖਿਓ ਜੀ ਐਸ ਐਕਸ, ਦੇਖੋ ਆ ਵੀ ਆਪਸ਼ਨ ਬਾਹਰ ਹੋ ਗਿਆ, ਦੋ ਆਪਸ਼ਨ ਬਚ ਗਏ। ਐਗਜ਼ਾਮੀਨਰ ਬਹੁਤ ਦਿਮਾਗ ਲਾ ਕੇ ਚੱਲਦਾ ਹੈ ਕਿ ਬੱਚੇ ਨੂੰ ਲਾਸਟ ਦੇ ਕੁਐਸਚਨ ਤੱਕ ਕਿਵੇਂ ਪਹੁੰਚਾਇਆ ਜਾਏ। ਆਓ ਫਿਰ ਆਪਾਂ ਨੂੰ ਥਰਡ ਆਪਸ਼ਨ ਵੀ ਕਰਨਾ ਪਏਗਾ। ਇਹ 5 ਦਾ ਕੀ ਬਣ ਗਿਆ ਬੱਚੋ, ਮੈਂ ਕੋਈ ਗੜਬੜ ਕਰ ਗਿਆ, ਇੱਥੇ ਐਫ ਸੀ, ਸੌਰੀ ਇੱਥੇ ਐਫ ਸੀ, ਤਾਂ ਇਹ 5 ਦਾ ਬਣ ਗਿਆ ਬੱਚੋ 6, 6 ਦਾ ਬਣ ਗਿਆ 7, 7 ਦਾ ਬਣ ਗਿਆ 8, 8 ਦਾ ਬਣ ਗਿਆ 9, 9 ਤੇ ਮਤਲਬ ਬੱਚੋ I 9। ਇਟ ਮੀਨਸ ਮੇਰਾ ਆਨਸਰ A ਵਾਲਾ ਆ ਗਿਆ ਬੱਚੋ I 9। ਹੋਪ ਸੋ ਤੁਸੀਂ ਇਹ ਗੱਲ ਸਮਝ ਪਾਈ ਹੋਵੋਗੇ, ਇਹ ਕਨਸੈਪਟ ਸਮਝ ਆਇਆ ਹੋਵੇਗਾ। आओ बच्चों मैं एक अदा ट्रिकी क्वेश्चन भी करवाना कि इन्ने आसान क्वेश्चन भी नहीं आएंगे, एक अदा मैं ट्रिकी क्वेश्चन तुहानू देना। इस क्वेश्चन नू पढ़ो आराम नाल, इस क्वेश्चन नू पढ़ो बेटे और इस क्वेश्चन दे विच कंसैप्ट देखो की है, U O I और इत्थे फिलिंग द ब्लैंक्स और इत्थे A पा दिता बच्चों। U ਦਾ ਅਸੀਂ ਨੰਬਰ ਲਿਖੀਏ ਤਾਂ 21, O ਦਾ ਨੰਬਰ ਲਿਖੀਏ 15, ਇਹਦਾ 9 ਔਰ ਇਹਦਾ 1। ਇੱਥੇ ਅਸੀਂ ਦੱਸਣਾ ਕੀ ਆਏਗਾ। ਪਿਆਰੇ ਬੱਚੋ ਹੁਣ ਤੱਕ ਜਿੰਨੇ ਮੈਥਡ ਅਸੀਂ ਕੀਤੇ ਉਸ ਹਿਸਾਬ ਨਾਲ ਕਰੀਏ ਤਾਂ ਕੁਝ ਇਹ ਬਣਦਾ ਹੈ। 21 ਚੋਂ ਕਿੰਨੇ ਗਏ, 21 ਚੋਂ 6 ਗਏ 15, 15 ਚੋਂ ਕਿੰਨੇ ਗਏ ਫਿਰ 6 ਗਏ, 15 ਚੋਂ 6 ਗਏ 9, ਇਹਦਾ ਮਤਲਬ ਅੱਗੇ ਵੀ 6 ਜਾਣੇ ਚਾਹੀਦੇ ਨੇ। ਅਗਰ ਅੱਗੇ 6 ਜਾਣੇ ਚਾਹੀਦੇ ਨੇ ਤਾਂ 6 ਮਾਈਨਸ ਕਰਾਂਗਾ 9 ਵਿੱਚੋਂ ਤਾਂ ਇੱਥੇ ਕੀ ਆ ਗਿਆ ਬੱਚੋ 3, 3 ਦਾ ਮਤਲਬ ਇੱਥੇ ਕੀ ਆਣਾ ਚਾਹੀਦਾ ਆਨਸਰ C। ਬਟ ਬੇਟਾ ਮੈਂ ਜੇਕਰ ਅੱਗੇ 6 ਮਾਈਨਸ ਕਰਦਾ ਹਾਂ ਤਾਂ ਮੇਰੇ ਕੋਲ ਕੋਈ ਆਨਸਰ ਇੱਥੇ ਔਰ ਆਣਾ ਚਾਹੀਦਾ ਹੈ, ਬਟ ਇੱਥੇ ਤਾਂ ਓਨਲੀ 2 ਮਾਈਨਸ ਹੋ ਰਹੇ ਨੇ। ਇਹਦਾ ਮਤਲਬ ਮੇਰਾ ਜੋ ਕਨਸੈਪਟ ਜੋ ਹੁਣ ਤੱਕ ਮੈਂ ਸਿੱਖ ਰਿਹਾ ਸੀ ਉਹ ਰੋਂਗ ਹੋ ਗਿਆ। ਵਨਸ ਅਗੇਨ ਤੁਹਾਨੂੰ ਯਾਦ ਕਰਵਾਵਾਂਗਾ ਪਿਆਰੇ ਬੱਚੋ, ਰੀਜ਼ਨਿੰਗ ਦੇ ਲਈ ਮੈਂ ਕੱਲ ਮੀਨਿੰਗ ਦੱਸਿਆ ਸੀ, ਰੀਜ਼ਨਿੰਗ ਦਾ ਮਤਲਬ ਹੁੰਦਾ ਹੈ ਕਾਮਨ ਸੈਂਸ, ਤਾਂ ਇੱਥੇ ਆਪਾਂ ਨੂੰ ਇੱਕ ਕਾਮਨ ਸੈਂਸ ਲਾਣੀ ਪਏਗੀ। ਕਾਮਨ ਸੈਂਸ ਕੀ ਹੋਈ ਬੱਚੋ, ਮੈਂ ਇੱਕ ਵਾਰੀ ਇਸ ਨੂੰ ਦੁਬਾਰੇ ਲਿਖ ਕੇ ਤੁਹਾਨੂੰ ਦੱਸ ਦਿੰਦਾ ਜੋ ਕਾਮਨ ਸੈਂਸ ਦਾ ਫੰਡਾ ਸੀ। ਤੁਸੀਂ ਅਗਰ ਇਹਨਾਂ ਲੈਟਰ ਤੇ ਥੋੜਾ ਜਿਹਾ ਬਰੀਕੀ ਧਿਆਨ ਨਾਲ ਨਜ਼ਰ ਮਾਰ ਦਿਓ, ਇਹ ਜੋ ਲੈਟਰ ਨੇ ਇਹ ਕਿਸੇ ਖਾਸ ਪੈਟਰਨ ਦੀ ਗੱਲ ਕਰ ਰਹੇ ਨੇ। ਚੈੱਕ ਕਰੀਏ ਤਾਂ U O I ਔਰ ਇੱਥੇ ਆ ਗਿਆ A, ਆਹ ਵਾਲੀ ਚੀਜ਼ ਆ ਗਈ। ਪਿਆਰੇ ਬੱਚੋ ਜਿਵੇਂ ਪੰਜਾਬੀ ਦੀ ਊੜਾ ਐੜਾ ਲਿਪੀ ਦੇ ਵਿੱਚ ਸਵਰ ਤੇ ਵਿਅੰਜਨ ਹੁੰਦੇ ਨੇ, ਉਸੇ ਤਰ੍ਹਾਂ ਅੰਗਰੇਜ਼ੀ ਦੇ ਵਿੱਚ ਬੱਚੋ ਵੋਵਲ ਔਰ ਕੌਨਸੋਨੈਂਟ ਹੁੰਦੇ ਨੇ ਬੇਟਾ, ਵੋਵਲ ਐਂਡ ਕੌਨਸੋਨੈਂਟ। ਜੋ ਇੰਗਲਿਸ਼ ਦੀ ਅਲਫਾਬੈਟ ਹੈ ਉਹ ਵੋਵਲ ਤੇ ਕੌਨਸੋਨੈਂਟ ਦਾ ਪਾਰਟ ਹੁੰਦੀ ਹੈ। ਪਿਆਰੇ ਬੱਚੋ ਵੋਵਲ ਕਿਹੜੇ ਕਿਹੜੇ ਨੇ, ਉਹ A E I O ਤੇ U, ਆਪਾਂ ਇਹ ਬਚਪਨ ਚ ਸਭ ਨੇ ਪੜ੍ਹੇ ਹੋਣਗੇ, ਇਹ 5 ਵੋਵਲ ਨੇ। ਓਕੇ ਬੇਟਾ ਇਹੀ ਵੋਵਲ ਉਸਨੇ ਓਪੋजिट ਕਰਕੇ ਲਿਖ ਦਿੱਤੇ, U ਨੂੰ ਇੱਥੇ ਲਿਖ ਦਿੱਤਾ, O ਨੂੰ ਇੱਥੇ, I ਨੂੰ ਇੱਥੇ। ਹੁਣ ਇੱਥੇ ਕਾਮਨ ਸੈਂਸ ਦੇ ਤੌਰ ਤੇ E ਆਣਾ ਸੀ, ਤਾਂ ਆਨਸਰ ਇਜ਼ ਮਾਈ E ਆਏਗਾ ਬੱਚੋ। ਦਿਸ ਵਨ ਇਜ਼ ਦਾ ਪਾਰਟ ਆਫ ਆਪਣਾ ਆਨਸਰ ਆਏਗਾ। मैं उम्मीद करदा प्यारे बच्चों ਤੁਹਾਨੂੰ ਇਹ ਜੋ ਕਨਸੈਪਟ ਹੈ ਉਹ ਸਮਝ ਆਇਆ ਹੋਵੇਗਾ। ਔਰ ਆਈ ਥਿੰਕ ਇਹ ਬਹੁਤ ਆਸਾਨ ਚੈਪਟਰ ਹੈ, ਤੁਸੀਂ ਬੜੇ ਆਸਾਨੀ ਨਾਲ ਇਸ ਚੈਪਟਰ ਨੂੰ ਕਰ ਸਕਦੇ ਹੋ। ਔਰ ਮੈਂ ਇੱਕ ਸਲਾਈਡ ਤੁਹਾਨੂੰ ਔਰ ਦੇਣਾ ਹਾਂ ਇਸੇ ਕੁਐਸਚਨ ਦੀ, ਜੋ ਤੁਸੀਂ ਬੇਟਾ ਇਸ ਨੂੰ ਆਰਾਮ ਨਾਲ ਬਾਅਦ ਵਿੱਚ ਸੋਲਵ ਕਰਿਓ ਬੇਟਾ। ਜੋ ਮੈਂ ਸਲਾਈਡ ਦੇਣਾ ਚਾਹਾਂ ਤੁਹਾਨੂੰ ਬੱਚੋ ਉਹ ਮੇਰੇ ਹਿਸਾਬ ਨਾਲ ਦਿਸ ਵਨ ਪਾਰਟ ਆਫ आई थिंक क्वेश्चन सारे हो गए ने बेटा। चलो वेल एंड गुड है, तुसी ट्राई कर सकते हो इस चीज़ से। ओके बच्चों मैं अंत में यही कहना चाहांगा, तुसी प्लीज़ ये जो लैक्चर है इसनों ध्यान नाल सुनियो और इहदे रिगार्डिंग जो प्रैक्टिस सैट होणगे प्यारे बच्चों, असी इसे ऐप ते जो ग्रेस अकैडमी की ऐप है असी इस ते प्रैक्टिस सैट का तुहानू एक्सरसाइज सेंड करांगे जो लैटर सीरीज़ का होएगा प्यारे बच्चों।
ਤਾਂ ਤੁਸੀਂ ਉਹਦੇ ਰਾਹੀਂ ਪ੍ਰੈਕਟਿਸ ਕਰ ਲਿਓ। ਔਰ ਅੱਛੇ ਲੈਵਲ ਦੇ ਕੁਐਸਚਨ, ਇੰਨੇ ਆਸਾਨ ਨਹੀਂ ਬੱਚੋ, ਕਿਉਂਕਿ ਕਨਸੈਪਟ ਨੂੰ ਸਮਝਾਉਣ ਦੇ ਲਈ ਆਸਾਨ ਕੁਐਸਚਨ ਚੱਕਣਾ ਪੈਂਦਾ ਹੈ। ਬਟ ਮੈਂ ਲਗਭਗ ਤੁਹਾਨੂੰ 25 ਤੋਂ 30 ਕੁਐਸਚਨ ਸੈਂਡ ਕਰਾਂਗਾ ਬੱਚੋ, ਔਰ ਇੱਕ ਅੱਛੇ ਲੈਵਲ ਦੇ ਕੁਐਸਚਨ ਹੋਣਗੇ ਜੋ ਕਿ ਪ੍ਰੀਵੀਅਸ ਐਗਜ਼ਾਮ ਦੇ ਵਿੱਚ ਆਲਰੇਡੀ ਆ ਚੁੱਕੇ ਨੇ। ਤੁਸੀਂ ਉਹਨਾਂ ਤੇ ਪ੍ਰੈਕਟਿਸ ਕਰਿਓ। ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਇਸ ਵੀਡੀਓ ਦੇ ਰਿਗਾਰਡਿੰਗ ਜਾਂ ਫਿਰ ਇਸ ਲੈਕਚਰ ਦੇ ਵਿੱਚ ਕਿਸੇ ਵੀ ਕੁਐਸਚਨ ਦਾ ਡਾਊਟ ਆਉਂਦਾ ਹੈ ਤਾਂ ਮੇਰਾ ਜੋ ਨੰਬਰ ਹੈ ਉਹ ਨੀਚੇ ਦਿੱਤਾ ਗਿਆ ਹੈ ਬੱਚੋ। ਤੁਸੀਂ ਇਸ ਨੰਬਰ ਤੇ ਤੁਸੀਂ ਮੈਨੂੰ ਵਾਇਸ ਮੈਸੇਜ ਛੱਡੋ ਜਾਂ ਫਿਰ ਟੈਕਸਟ ਸੈਂਡ ਕਰੋ, ਮੈਂ ਡੈਫੀਨੇਟਲੀ ਤੁਹਾਡਾ ਰਿਪਲਾਈ ਕਰਾਂਗਾ। ਅੰਤ ਵਿੱਚ ਥੈਂਕ ਯੂ ਸੋ ਮਚ ਬੱਚੋ, ਤੁਸੀਂ ਸਾਨੂੰ ਇੰਨਾ ਸੰਯੋਗ ਦੇ ਰਹੇ ਹੋ, ਇੰਨਾ ਐਪਰੀਸ਼ੀਏਸ਼ਨ ਕਰ ਰਹੇ ਹੋ, ਸਾਡੀ ਵੀਡੀਓਜ਼ ਨੂੰ ਤੁਹਾਨੂੰ ਚੰਗੀਆਂ ਲੱਗ ਰਹੀਆਂ ਨੇ। ਤਾਂ ਮੈਨੂੰ ਲੱਗਦਾ ਹੈ ਟੀਚਰ ਦੇ ਰੂਪ ਵਿੱਚ ਸਾਡੇ ਲਈ ਇਹੀ ਇੱਕ ਗੁਰੂ ਦਕਸ਼ਨਾ ਹੈ ਜੋ ਤੁਸੀਂ ਸਾਨੂੰ ਦੇ ਰਹੇ ਹੋ। ਬਹੁਤ ਖੁਸ਼ੀ ਦੀ ਗੱਲ ਹੈ, ਤੁਸੀਂ ਸਾਰੇ ਮਿਹਨਤ ਕਰ ਰਹੇ ਹੋ, ਔਰ ਮੈਂ ਉਮੀਦ ਕਰਾਂਗਾ ਪ੍ਰਮਾਤਮਾ ਅੱਗੇ ਉਹ ਦੁਆ ਵੀ ਕਰਾਂਗਾ ਜਿਸ ਦੇ ਜੋ ਸੁਪਨੇ ਨੇ, ਜੋ ਸੁਪਨੇ ਸਜੋਏ ਨੇ ਤੁਹਾਡੇ, ਉਹ ਪੂਰੇ ਹੋਣ ਬੱਚਿਓ। ਥੈਂਕ ਯੂ ਸੋ ਮਚ ਬੱਚਿਓ, ਤੁਸੀਂ ਇੰਨਾ ਸਮਾਂ ਦਿੱਤਾ। ਥੈਂਕ ਯੂ ਸੋ ਮਚ ਬੱਚਿਓ।